ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਸਿਹਤਮੰਦ ਹੋਵੋਗੇ ਤੇ ਉਮੀਦ ਹੈ ਕਿ ਤੁਸੀਂ ਜੋ ਵੀ ਪੁਰਾਣੀ ਕਲਾਸਿਸ ਆਪਾਂ ਤੁਹਾਡੇ ਸਾਹਮਣੇ ਰੱਖੀਆਂ ਸੀਗੀਆਂ ਤੁਸੀਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਰਿਵਾਈਜ਼ ਕੀਤਾ ਹੋਵੇਗਾ। ਆਪਾਂ ਅਪਰੋਕਸੀਮੇਟਲੀ 4 ਕਲਾਸਿਸ ਆਪਾਂ ਇਸ ਦੇ ਰਿਗਾਰਡਿੰਗ ਕੰਡਕਟ ਕਰ ਚੁੱਕੇ ਹਾਂ, ਜਿਹਦੇ ਵਿੱਚ ਨੰਬਰ ਸਿਸਟਮ ਵੀ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ। ਤੇ ਉਸ ਤੋਂ ਪਹਿਲਾਂ ਜਿੰਨੇ ਕਿ ਪ੍ਰੀਵੀਅਸ ਈਅਰ ਕੁਐਸਚਨ ਸੀਗੇ ਜਾਂ ਫਿਰ ਇੰਪੋਰਟੈਂਟ ਕੁਐਸਚਨ ਸੀਗੇ ਤੁਹਾਡੇ ਐਗਜ਼ਾਮਸ ਦੇ ਰਿਲੇਟਡ, ਉਹ ਮੈਂ ਡਿਸਕਸ ਕੀਤੇ ਸੀ ਤੁਹਾਡੇ ਨਾਲ। ਚਲੋ ਅੱਜ ਦੀ ਜਿਹੜੀ ਕਲਾਸ ਹੈ, ਅੱਜ ਦੀ ਆਪਣੀ 5th ਕਲਾਸ ਹੈ, ਇਸ ਦੇ ਰਿਗਾਰਡਿੰਗ ਤੁਹਾਡੇ ਨਾਲ ਪਹਿਲਾਂ ਡਿਸਕਸ ਹੋਇਆ। ਕੁਝ ਨਵੇਂ ਯੂਜ਼ਰ ਵੀ ਸਾਡੇ ਨਾਲ ਜੁੜੇ ਨੇ। ਕੀ ਡਿਸਕਸ ਹੋਇਆ ਕਿ ਜੋ ਵੀ ਅੱਜ ਆਪਾਂ ਡਿਸਕਸ ਕਰਦੇ ਹਾਂ ਉਹ ਐਗਜ਼ਾਮ ਓਰੀਐਂਟੇਸ਼ਨ ਦੇ ਹਿਸਾਬ ਨਾਲ ਕਰਦੇ ਹਾਂ ਕਿ ਐਗਜ਼ਾਮ ਦੇ ਵਿੱਚ ਕੀ ਕੁਝ ਪੁੱਛਿਆ ਜਾ ਰਿਹਾ ਹੈ ਜਾਂ ਕੀ ਕੁਝ ਪੁੱਛਿਆ ਜਾ ਸਕਦਾ ਤੁਹਾਡੇ ਤੋਂ। ਜਿੰਨੇ ਕਿ ਪੁਰਾਣੇ ਪੇਪਰ ਦਾ ਐਨਾਲਿਸਿਸ ਹੈ ਜਾਂ ਐਕਸਪੀਰੀਅੰਸ ਜੋ ਇੰਨੇ ਸਾਲਾਂ ਤੋਂ ਤੁਹਾਡੇ ਨਾਲ ਆਪਾਂ ਇਸ ਫੀਲਡ ਦੇ ਵਿੱਚ ਜੁੜੇ ਹੋਏ ਹਾਂ ਕੰਪਿਊਟਰ ਦੇ ਅੰਦਰ, ਤੇ ਉਸ ਦੇ ਨਾਲ ਜੋ ਕਿ ਅਭੀ ਪੀਡੀਆ ਇੰਪਾਵਰਡ ਬਾਏ ਅਭਿਮਨਿਊ IAS, ਨੈਬ ਤਹਿਸੀਲਦਾਰ, ਫੂਡ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਪੰਜਾਬ ਪਟਵਾਰੀ, ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ SI, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ। ਇਸ ਦੇ ਵਿੱਚ ਜਿਹੜਾ ਕਿ ਕੋਰਸ ਤੁਹਾਨੂੰ 30% ਮੈਗਾ ਆਫਰ ਦੇ ਨਾਲ ਮਿਲ ਰਿਹਾ ਹੈ। 17,500 ਦੀ ਕਾਸਟ ਹੈ। ਇਹ ਸਾਰੇ ਇਹਨਾਂ ਦੇ ਵਿੱਚ ਤੁਸੀਂ ਜਿਹੜਾ ਵੀ ਐਗਜ਼ਾਮ, ਕੁਝ ਬੱਚੇ 4 ਐਗਜ਼ਾਮ ਭਰਦੇ ਹੈ, ਕੁਝ ਬੱਚੇ 3 ਭਰਦੇ, ਕੁਝ ਬੱਚੇ 2 ਐਗਜ਼ਾਮ ਭਰਦੇ ਹੈ, ਬਟ ਇਹ ਪੂਰਾ ਦਾ ਪੂਰਾ ਜਿਹੜਾ ਪੈਕ ਆ ਉਹਦੇ ਵਿੱਚ ਆ ਸਾਰੇ ਕੋਰਸਿਸ ਦੀ ਫੀਸ ਹੀ ਇਨਕਲੂਡਡ ਹੈ। ਸਾਰੇ ਅਲੱਗ-ਅਲੱਗ ਤਰੀਕੇ ਨਾਲ ਮੌਕ ਟੈਸਟ ਬਣੇ ਹੋਏ ਨੇ, ਅਲੱਗ-ਅਲੱਗ ਤਰੀਕੇ ਨਾਲ ਵੀਡੀਓ ਸੋਲੂਸ਼ਨ ਬਣਿਆ ਹੋਇਆ ਹੈ, ਅਲੱਗ-ਅਲੱਗ ਤਰੀਕੇ ਨਾਲ ਸਾਰਿਆਂ ਦਾ GK ਜੋ ਪੈਟਰਨ ਜੋ ਸਿਲੇਬਸ ਦੇ ਨਾਲ ਹੈ ਉਹ ਹੈ। ਤੇ ਇਹ ਜਿਹੜਾ ਕੋਰਸ ਹੈ ਜੀ ਤੁਹਾਡੇ ਲਈ 1 ਸਾਲ ਦੇ ਲਈ ਵੈਲਿਡ ਹੈ, ਜਦੋਂ ਤੋਂ ਤੁਸੀਂ ਇਸ ਚੀਜ਼ ਨੂੰ ਪਰਚੇਜ਼ ਕਰੋਗੇ। ਇਸ ਲਈ ਸੀ ਤੁਹਾਡੇ ਲਈ ਕਿ ਜੋ ਵੀ ਪੁਰਾਣੀਆਂ ਮਿਸਟੇਕਸ ਤੁਹਾਡੀਆਂ ਹੋ ਚੁੱਕੀਆਂ ਨੇ ਪੁਰਾਣੇ ਐਗਜ਼ਾਮਸ ਦੇ ਅੰਦਰ, ਤੁਸੀਂ ਉਹਨੂੰ ਰੈਕਟੀਫਾਈ ਕਰ ਪਾਓ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਅੱਜ ਦਾ ਪਹਿਲਾ ਸਵਾਲ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ। ਉਹ ਸਵਾਲ ਕੀ ਹੈ ਜੀ, ਆਪਣੀ ਚੌਥੀ ਕਲਾਸ ਦੇ ਨਾਲ ਇਹ ਜੁੜਿਆ ਹੋਇਆ ਹੈ, 3rd ਕਲਾਸ ਦੇ ਨਾਲ ਵੀ ਜੁੜਿਆ ਹੋਇਆ ਹੈ, ਜੋ ਕਿ ਨੰਬਰ ਸਿਸਟਮ ਦਾ ਸਵਾਲ ਹੈ। ਇਸ ਨੂੰ ਮੈਂ ਟਾਈਪ ਵੀ ਕਰ ਸਕਦਾ ਸੀ। ਇਸ ਸਵਾਲ ਨੂੰ ਟਾਈਪ ਕਿਉਂ ਨਹੀਂ ਕੀਤਾ ਜੀ, ਕਿਉਂਕਿ ਉਸੇ ਤਰੀਕੇ ਨਾਲ ਪੇਪਰ ਦੀ ਇੱਕ ਕਟਿੰਗ ਦਾ ਸਵਾਲ ਹੈ ਕਿ ਇਸ ਵਰਡਿੰਗ ਨੂੰ ਤੁਸੀਂ ਦੇਖ ਸਕਦੇ ਹੋ ਕਿ ਪੇਪਰ ਦੇ ਵਿੱਚ ਕਿਵੇਂ ਪੁੱਛਿਆ ਜਾਂਦਾ ਹੈ। ਇਹ ਕੀ ਪੁੱਛਿਆ ਗਿਆ ਜੀ, ਵਾਟ ਇਜ਼ ਦੀ ਇਕੁਅਲੈਂਟ ਡੈਸੀਮਲ ਵੈਲਿਊ ਆਫ ਬਾਈਨਰੀ ਨੰਬਰ 101110। ਵੀ ਇਹਦੀ ਜਿਹੜੀ ਡੈਸੀਮਲ ਵੈਲਿਊ ਹੈ ਜੀ ਉਹ ਕੀ ਹੋਏਗੀ। ਤੁਹਾਡੇ ਨਾਲ ਜਿਹੜਾ ਵੀ ਡਿਸਕਸ ਹੋਇਆ ਸਾਰੇ ਸਟੂਡੈਂਟਸ ਨਾਲ, ਉਹ ਕੀ ਡਿਸਕਸ ਹੋਇਆ ਜੀ, ਡੈਸੀਮਲ ਨੰਬਰ ਸਿਸਟਮ, ਬਾਈਨਰੀ ਆ ਗਿਆ ਜੀ, ਬਾਈਨਰੀ ਤੋਂ ਔਕਟਲ ਆ ਗਿਆ ਜੀ, ਔਕਟਲ ਤੋਂ ਬਾਅਦ ਹੈਗਜ਼ਾਡੈਸੀਮਲ ਆ ਗਿਆ। ਤਾਂ ਆਪਣੇ ਕੋਲ ਇੱਕੋ ਹੀ ਮੈਥਡ ਹੈ ਜੀ, ਨਾਲ ਦੀ ਨਾਲ ਤੁਸੀਂ ਕਾਪੀ ਤੇ ਸੋਲਵ ਕਰਨਾ ਸ਼ੁਰੂ ਕਰ ਦਿਓ। ਮੈਂ ਤੁਹਾਡੇ ਲਈ ਇੱਥੇ ਸੋਲਵ ਕਰ ਦੇਣਾ। ਆਪਾਂ ਤੁਹਾਨੂੰ ਕੀ ਦੱਸਿਆ ਸੀ, ਜਾਂ ਤੁਸੀਂ 20 21 22, ਬਟ ਆਪਣੇ ਕੋਲ 23 24 25 ਇੰਨਾ ਟਾਈਮ ਨਹੀਂ ਹੈਗਾ ਸੀ ਐਗਜ਼ਾਮ ਦੇ ਵੇਲੇ, ਇਸ ਕਰਕੇ ਆਪਾਂ ਇਹ ਸੀਰੀਜ਼ ਨੂੰ ਨਹੀਂ ਚੂਜ਼ ਕੀਤਾ। ਆਪਾਂ ਕਿਹਨੂੰ ਚੂਜ਼ ਕੀਤਾ ਜੀ, ਇਹਦੇ ਆਪੋਜ਼ਿਟਲੀ ਜਿਹੜੀ ਸੀਰੀਜ਼ ਸੀ 1 2 4 8 16 32। ਤੁਹਾਨੂੰ ਕੀ ਦੱਸਿਆ ਸੀ, ਜਿਹੜਾ 0 ਦੇ ਸਾਹਮਣੇ ਉਹ ਕੈਂਸਲ ਹੋ ਜਾਂਦਾ ਹੈ ਜੀ, ਬਿਲਕੁਲ ਕੈਂਸਲ। 32 ਤੇ 8 40 ਜੀ, 40 + 4 + 2, ਤਾਂ ਆਪਣੇ ਕੋਲ ਜਿਹੜਾ ਆਨਸਰ ਬਣ ਜਾਂਦਾ ਉਹ ਕੀ ਬਣ ਜਾਂਦਾ ਹੈ, 46 ਬਣ ਰਿਹਾ ਜੀ। ਇਹਦਾ ਆਨਸਰ ਜਿਹੜਾ ਆਪਣੇ ਕੋਲ ਪਹਿਲਾ ਸਵਾਲ ਤੁਹਾਡੇ ਸਾਹਮਣੇ ਹੈ। ਹਾਂਜੀ ਸਟੂਡੈਂਟਸ, ਪਹਿਲਾ ਸਵਾਲ ਕਲੀਅਰ ਹੋ ਗਿਆ ਜੀ ਸਾਰਿਆਂ ਨੂੰ। ਪਹਿਲੇ ਸਵਾਲ ਦਾ ਜਿਹੜਾ ਆਨਸਰ ਹੈ ਉਹ 46 ਹੈ। ਹੁਣ ਜਿਹੜੀ ਅੱਜ ਦੀ ਆਪਣੀ ਐਕਸਰਸਾਈਜ਼ ਹੈ, ਜਾਂ ਆਪਾਂ ਇਹ ਕਹਿ ਲਓ ਕਿ ਆਪਾਂ ਅੱਜ PYQ ਦੇ ਹਿਸਾਬ ਨਾਲ 5ਵੀਂ ਕਲਾਸ ਸ਼ੁਰੂ ਕਰ ਰਹੇ ਹਾਂ, ਜਿਹਦੇ ਵਿੱਚ ਤੁਹਾਨੂੰ ਦੱਸਿਆ ਛੋਟੇ ਛੋਟੇ ਸੈਸ਼ਨ ਹੈ 20 ਤੋਂ ਲੈ ਕੇ 25 ਮਿੰਟ ਦੇ, ਜਿਹਦੇ ਵਿੱਚ ਆ ਵੱਧ ਤੋਂ ਵੱਧ ਕੁਐਸਚਨ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਸੇ ਸਵਾਲਾਂ ਦੇ ਨਾਲ ਨਾਲ ਆਪਾਂ ਜਿਹੜੇ ਕਨਸੈਪਟ ਆਪਣੇ ਵੀਕ ਹੁੰਦੇ ਆ ਉਸ ਕਨਸੈਪਟ ਨੂੰ ਵੀ ਆਪਾਂ ਦਰੁਸਤ ਕਰਾਂਗੇ ਇਸ ਕਲਾਸ ਦੇ ਅੰਦਰ, ਠੀਕ ਹੈ ਜੀ। ਚਲੋ ਸੈਕਿੰਡ ਸਵਾਲ ਜੀ, ਵਿਚ ਵਨ ਆਫ ਦੀ ਫੋਲੋਇੰਗ ਰਿਪਰੈਜ਼ੈਂਟ 1 GB ਇਨਫੋਰਮੇਸ਼ਨ। ਇਹਨਾਂ ਦੇ ਵਿੱਚੋਂ 1 GB ਦੀ ਜਿਹੜੀ ਵੈਲਿਊ ਹੈ ਉਹ ਕੌਣ ਦਰਸਾ ਰਿਹਾ ਜਾਂ ਕੌਣ ਦੱਸ ਰਿਹਾ ਹੈ। ਇਹਦਾ ਵੀ ਇੱਕ ਸ਼ਾਰਟਕਟ ਆਪਾਂ ਕਲਾਸ ਦੇ ਵਿੱਚ ਕੀਤਾ ਸੀ। ਇਹ ਆਮ ਤੌਰ ਤੇ ਹਰ ਇੱਕ ਪੇਪਰ ਦੇ ਵਿੱਚ, ਜੋ ਵੀ ਪੇਪਰ ਤੁਹਾਨੂੰ ਪਹਿਲਾਂ ਪੁੱਛਿਆ ਗਿਆ, ਜਾਂ ਜ਼ਰੂਰੀ ਨਹੀਂ ਕਿ ਤੁਸੀਂ ਪੰਜਾਬ ਦਾ ਪੇਪਰ ਹੀ ਦੇ ਰਹੇ ਹੋ ਸਕਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਦੇ ਰਹੇ ਹੋ ਸਕਦਾ ਚੰਡੀਗੜ੍ਹ ਕਲਰਕ ਦਾ ਪੇਪਰ ਦੇ ਰਹੇ ਹੋ, ਹੋਰ ਅਲੱਗ-ਅਲੱਗ ਤੁਸੀਂ ਐਗਜ਼ਾਮ ਦੇ ਰਹੇ ਹੋ ਜਿਹਦੇ ਵਿੱਚ ਕੰਪਿਊਟਰ ਭਾਸ਼ਾ ਪੁੱਛੀ ਜਾਂਦੀ ਹੈ, ਸਾਇੰਸ ਵੀ ਪੁੱਛਿਆ ਜਾਂਦਾ ਹੈ। ਤਾਂ ਉਹਦੇ ਵਿੱਚ ਆਪਾਂ ਜਿਹੜਾ ਦਾ ਸ਼ਾਰਟਕਟ ਕੀਤਾ ਸੀ ਜੀ BK MGT PG BG। ਇਹ ਆਪਾਂ ਇੱਕ ਸ਼ਾਰਟਕਟ ਬਣਾਇਆ ਜੀ ਕੰਪਿਊਟਰ ਦਾ, ਜਿਹੜੀ ਕਿ ਆਪਣੇ ਕੋਲ ਮੈਮਰੀ ਹੈ, ਠੀਕ ਹੈ ਜੀ। ਬਾਈਟ ਆ ਗਿਆ ਜੀ, ਕਿਲੋ ਬਾਈਟ ਆ ਗਿਆ, ਮੈਗਾ ਆ ਗਿਆ ਜੀ, ਗੀਗਾ ਆ ਗਿਆ, ਟੈਰਾ, ਪੈਟਾ, ਐਗਜ਼ਾ, ਜ਼ੈਟਾ, ਜ਼ੋਟਾ, ਬ੍ਰੋਂਟੋ, ਜੌਬ। ਇਹ ਸਾਰੀ ਦੀ ਸਾਰੀ ਐਕਸਪਲੇਨੇਸ਼ਨ ਆਪਾਂ ਪਹਿਲਾਂ ਵੀ ਕੀਤੀ ਹੈ, ਕੋਈ ਗੱਲ ਨਹੀਂ। ਹੁਣ ਤੁਹਾਡੇ ਕੋਲ ਸਾਹਮਣੇ ਸਵਾਲ ਆ ਗਿਆ, ਬਟ ਆਪਾਂ ਨੂੰ ਪੁੱਛਿਆ ਜੀ 1 GB ਦੀ ਵੈਲਿਊ ਕੀ ਹੋਊਗੀ। ਨਾਲ ਦੀ ਨਾਲ ਆਪਾਂ ਨੂੰ ਪਤਾ ਜੀ ਇੱਥੇ ਜਿਹੜਾ 1 GB ਹੈ
ਇਹਦੇ ਪਿਛਲੇ ਪਾਸੇ ਲੱਗਿਆ ਹੋਇਆ, ਪਿਛਲੇ ਪਾਸੇ ਕੀ ਹੈ ਜੀ m ਹੈ, ਤਾਂ ਡੈਫੀਨੇਟਲੀ ਆਪਣੇ ਕੋਲ ਕੀ ਵੈਲਿਊ ਆ ਜਾਊਗੀ ਜੀ 1024 MB। ਇਸ ਤਰੀਕੇ ਦਾ ਜਿਹੜਾ ਟੇਬਲ ਹੈ ਆਪਾਂ ਯਾਦ ਰੱਖ ਸਕਦੇ ਹਾਂ। ਇਹ ਤੁਹਾਡੇ ਲਈ ਕੀ ਸੀਗਾ ਜੀ, ਇੱਕ ਮੈਮੋਨਿਕਸ ਕੋਡ ਸੀ ਜਿਹਨੂੰ ਆਪਾਂ ਬਚਪਨ ਦੇ ਵਿੱਚ ਵੀ ਯੂਜ਼ ਕੀਤਾ, ਜਿਵੇਂ ਕਿ ਆਪਣੇ ਪੇਰੈਂਟਸ ਨੇ ਆਪਾਂ ਨੂੰ ਦਿਨ ਯਾਦ ਕਰਵਾਉਣ ਲਈ ਜਾਂ ਮਹੀਨੇ ਦਾ ਕਿ ਕਿਹੜਾ 30 ਤੇ ਆਊ 31 ਤੇ ਆਊ, ਫਰਵਰੀ ਨੂੰ ਛੱਡ ਕੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਇਸ ਤਰੀਕੇ ਨਾਲ ਆਪਾਂ ਇਸ ਟਿਪਸ ਤੇ ਯਾਦ ਕੀਤਾ ਸੀਗਾ। ਤੁਹਾਨੂੰ ਮੈਮੋਨਿਕਸ ਕੋਡ ਕਹਿੰਦੇ ਆ। ਇਹ ਕੋਡ ਤੁਸੀਂ ਹਮੇਸ਼ਾ ਯਾਦ ਰੱਖਣਾ। ਕੋਈ ਵੀ ਵੈਲਿਊ ਪੁੱਛੀ ਜਾ ਸਕਦੀ ਹੈ, ਕਿਸੇ ਵੀ ਤਰੀਕੇ ਦਾ ਸਵਾਲ ਤੁਹਾਨੂੰ ਆ ਸਕਦਾ। ਆਹ ਟੇਬਲ ਹੈ ਜੀ, ਇਹਦੇ ਵਿੱਚ ਆਪਾਂ ਤੋਂ ਦੇਖ ਸਕਦੇ ਹਾਂ ਕਿ ਆਪਾਂ ਇੱਥੋਂ ਇਹ ਕਿਲੋਬਾਈਟ ਤੋਂ ਸ਼ੁਰੂ ਹੋਇਆ, ਆਪਾਂ ਇੱਥੋਂ ਸ਼ੁਰੂ ਕਰ ਸਕਦੇ ਹਾਂ ਬਾਈਟ ਜੀ BK। ਦੇਖੋ ਜੀ ਨਾਲ ਦੀ ਨਾਲ ਮੈਂ ਤੁਹਾਡੇ ਸਾਹਮਣੇ ਦੁਬਾਰਾ ਲਿਖ ਦੇਣਾ MGT PEZY। ਇਹਨਾਂ ਨੇ B ਤੱਕ ਹੀ ਲਿਖਿਆ ਟੇਬਲ, G ਮੈਂ ਤੁਹਾਨੂੰ ਐਂਡ ਤੇ ਦੱਸਤਾ। ਤਾਂ ਇਹ ਕੋਡ ਕੀ ਸੀਗਾ ਜੀ BK MGT PG BG। ਇਹ ਕੋਡ ਹਮੇਸ਼ਾ ਯਾਦ ਰੱਖਣਾ। ਤੁਹਾਡੇ 2 ਸਵਾਲ ਪੱਕੇ ਸਹੀ ਹੈ, ਜਿਹੜਾ ਪਿਛਲਾ ਵਾਲਾ ਜਿਹੜਾ ਆਪਾਂ ਨੰਬਰ ਸਿਸਟਮ ਕੀਤਾ, ਇੱਕ ਦੂਸਰਾ ਸਵਾਲ ਇਹਦੇ ਨਾਲ, ਜਾਂ ਇੱਕ ਇਹਦੇ ਵਿੱਚ ਐਕਸਟਰਾ ਸਵਾਲ ਹੋਰ ਆਂਦਾ। ਆਪਾਂ ਨੰਬਰ ਸਿਸਟਮ ਦੇ ਵਿੱਚ ਦੇਖਿਆ ਸੀ ਕਿ 1024 ਹੈ, ਉਹਦੀ ਵੈਲਿਊ ਕੀ ਹੈ ਜੀ 2 ਦੀ ਪਾਵਰ 10 ਹੈ। ਜਿਨ੍ਹਾਂ ਨੇ ਟੇਬਲ ਨਾਲ ਸਿੱਖਿਆ 2 ਦੀ ਪਾਵਰ 0 ਤੋਂ ਲੈ ਕੇ 2 ਦੀ ਪਾਵਰ 10 ਤੱਕ ਜਿਹੜਾ ਟੇਬਲ ਆਪਣੇ ਕੋਲ ਇਹ ਚੱਲ ਰਿਹਾ ਹੈ। ਤਾਂ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ 1 ਟੈਰਾਬਾਈਟ ਦੇ ਅੰਦਰ ਕਿੰਨੇ ਨੰਬਰ ਆਫ ਬਾਈਟਸ ਹੁੰਦੀ ਹੈ। ਤਾਂ 2 ਦੀ ਪਾਵਰ 10 ਆਪਾਂ ਇੱਥੇ ਲਿਖ ਲਿਆ ਜੀ, ਬਟ ਆਪਣੇ ਕੋਲ GB ਲਿਖਿਆ। GB ਦੀ ਵੈਲਿਊ ਕੀ ਹੈ ਜੀ 1024 MB ਲਿਖ ਲਿਆ ਜੀ। ਆਹ 2 ਦੀ ਪਾਵਰ 10 ਵੈਸੇ ਹੀ ਚੱਲਦਾ ਰਹੂਗਾ ਨਾਲ। ਆਹ ਕੀ ਲਿਖਤਾ ਜੀ, ਇਹਨੂੰ ਵੀ 2 ਦੀ ਪਾਵਰ 10 ਲਿਖਤਾ, ਲੇਕਿਨ ਜਿਹੜੀ MB ਦੀ ਵੈਲਿਊ ਉਹ ਕੀ ਹੈ ਜੀ, MB ਦੀ ਵੈਲਿਊ 1024 KB ਹੈ। ਚਲੋ ਜੀ 1024 KB ਵੀ ਲਿਖਤਾ, 2 ਦੀ ਪਾਵਰ 10 ਉਵੇਂ ਹੀ ਚੱਲਣਾ ਹੈ ਜੀ। ਐਗਜ਼ਾਮਪਲ ਲੈ ਰਹੇ ਕਿ ਇੱਕ TB ਨੂੰ ਆਪਾਂ 2 ਦੀ ਪਾਵਰ 10 ਬਾਈਟ 'ਚ ਕਿਵੇਂ ਲਿਖ ਸਕਦੇ ਹਾਂ, 1024 2 ਦੀ ਪਾਵਰ 10। KB ਦੀ ਵੈਲਿਊ ਕੀ ਹੈ ਜੀ ਆਪਣੇ ਕੋਲ 1024 ਬਾਈਟਸ। ਆ ਲਓ ਜੀ, ਆਪਣਾ ਯੂਨਿਟ ਐਂਡ ਤੇ ਸੇਮ ਆ ਗਿਆ। ਜਿਵੇਂ ਆਪਾਂ ਮੈਥ ਦੇ ਵਿੱਚ ਕਰਦੇ ਹਾਂ ਕਿ ਯੂਨਿਟ ਕਿਸ ਤਰੀਕੇ ਨਾਲ ਸੇਮ ਕੀਤੇ ਜਾਣ, ਮੀਟਰ, ਸੈਂਟੀਮੀਟਰ, ਕਿਲੋਮੀਟਰ, ਮੀਟਰ। 2 ਦੀ ਪਾਵਰ 10 10 10, ਆ ਵੀ 2 ਦੀ ਪਾਵਰ 10 ਹੈ, ਤਾਂ 2 ਦੀ ਪਾਵਰ ਕੀ ਹੋ ਗਿਆ ਜੀ 40 ਨੰਬਰ ਆਫ ਆਪਣੇ ਕੋਲ ਕੀ ਆ ਗਿਆ ਜੀ ਬਾਈਟਸ ਆ ਗਈਆਂ 1 TB ਦੇ ਅੰਦਰ। ਜੇ 1 GB ਦੀ ਪੁੱਛਿਆ 2 ਦੀ ਪਾਵਰ 30 ਹੋ ਗਿਆ ਜੀ। 1 MB 2 ਪਾਵਰ 10 ਹੈ, 2 ਪਾਵਰ 20 ਹੈ, ਉਹ ਉੱਪਰ ਦਾ 2 ਪਾਵਰ 10 ਆ ਗਿਆ। ਤਾਂ ਇਸ ਤਰੀਕੇ ਦਾ ਸਵਾਲ ਵੀ ਪੁੱਛਿਆ ਜਾ ਸਕਦਾ। ਇਹ ਸਵਾਲ ਪਹਿਲਾਂ ਵੀ ਕਾਫੀ ਪੇਪਰਾਂ 'ਚ ਪੁੱਛਿਆ ਗਿਆ, ਤਾਂ ਇਸ ਚੀਜ਼ ਦਾ ਧਿਆਨ ਰੱਖਣਾ। ਇੱਥੋਂ ਤੱਕ ਸਾਰੇ ਬੱਚਿਆਂ ਨੂੰ ਕਲੀਅਰ ਹੈ? ਫਿਰ ਵੀ ਕੋਈ ਡਾਊਟ ਰਹਿ ਗਿਆ, ਕਮੈਂਟ ਸੈਕਸ਼ਨ ਤੁਹਾਡੇ ਕੋਲ ਅਵੇਲੇਬਲ ਹੈ। ਸਾਡਾ ਜਿਹੜਾ ਡਿਸਕ੍ਰਿਪਸ਼ਨ ਲਿੰਕ ਦੇ ਅੰਦਰ ਸਾਰਾ WhatsApp ਗਰੁੱਪ ਵੀ, ਬਹੁਤ ਸਾਰੀ ਇਨਫੋਰਮੇਸ਼ਨ ਉੱਥੇ ਦਿੱਤੀ ਗਈ ਹੈ। ਕੋਈ ਵੀ ਚੀਜ਼ ਨਹੀਂ ਸਮਝ ਆਈ ਬੇਝਿਜਕ ਤੁਸੀਂ ਪੁੱਛਣਾ, ਕਿਉਂਕਿ ਜੇ ਸ਼ੱਕ ਸ਼ੁਬਾ ਹੋਈ ਤਾਂ ਆਪਾਂ ਸਵਾਲ ਨੂੰ ਸੋਲਵ ਨਹੀਂ ਕਰ ਸਕਦੇ, ਕਿਉਂਕਿ ਆਪਣੇ ਮਨ 'ਚ ਕੀ ਰਹੂਗਾ ਜੀ ਡਾਊਟ ਰਹੂਗਾ, ਫਿਰ ਆਪਾਂ ਉਹ ਤਿਆਰੀ ਵਧੀਆ ਨਹੀਂ ਕਰ ਪਾਵਾਂਗੇ। ਹਾਂਜੀ, ਅੱਜ ਦਾ ਤੀਸਰਾ ਸਵਾਲ ਜੀ, ਸਾਰੀ ਜਿਹੜੀ ਕਟਿੰਗ ਹੈ ਜੀ ਐਗਜ਼ਾਮ ਦੀ ਕਟਿੰਗ ਹੈ। ਟਾਈਪ ਕਰਨ ਨੂੰ ਟਾਈਪ ਕਰ ਸਕਦੇ ਜੀ, ਕੁਝ ਹੋਰ ਸਵਾਲ ਵੀ ਹੋਣਗੇ ਜਿਹੜੇ ਟਾਈਪ ਕੀਤੇ ਹੋਏ ਹੈ ਜੋ ਕਿ ਰੀਸੈਂਟ ਨਹੀਂ ਸੀਗੇ, ਪਿਛਲੇ 1-2 ਸਾਲਾਂ ਦੇ ਸਵਾਲ ਸੀ, ਜਾਂ ਟ੍ਰੈਂਡਿੰਗ ਦੇ ਵਿੱਚ ਹੈ, ਜਾਂ ਹੋਰ 1-2 ਪੇਪਰਾਂ ਦੇ ਵਿੱਚ ਆਏ ਹੋਏ ਆ। ਕੰਪਿਊਟਰ ਸਟੈਟਿਕ ਪਾਰਟ ਹੈ, ਉਹਦੇ ਵਿੱਚ ਕੁਝ ਵੀ ਚੀਜ਼ਾਂ ਚੇਂਜ ਨਹੀਂ ਹੁੰਦੀਆਂ, ਉਸ ਤਰੀਕੇ ਨਾਲ ਹੀ ਸਵਾਲ ਪੁੱਛਿਆ ਜਾਂਦਾ ਹੈ। ਸਿਰਫ ਜਿਹੜੀ ਉੱਪਰਲੀ ਵਰਡਿੰਗ ਆ ਉਹ ਚੇਂਜ ਹੁੰਦੀ ਹੈ। ਦੇਖੋ ਜੀ ਕਿਵੇਂ, ਦਾ ਮੈਥਡ ਆਫ ਕਮਿਊਨੀਕੇਸ਼ਨ ਇਨ ਵਿਚ ਟਰਾਂਸਮਿਸ਼ਨ ਕੈਨ ਟੇਕਸ ਪਲੇਸ ਇਨ ਬੋਥ ਡਾਇਰੈਕਸ਼ਨ। ਉਹ ਕਹਿੰਦਾ ਜੀ ਕਿਹੜਾ ਇਹੋ ਜਿਹਾ ਮੈਥਡ ਹੈ ਜਿਹਦੇ ਵਿੱਚ ਦੋਨਾਂ ਪਾਸਿਆਂ ਤੋਂ, ਦੋਨਾਂ ਧਿਰਾਂ ਤੋਂ ਕਮਿਊਨੀਕੇਸ਼ਨ ਹੋ ਰਿਹਾ, ਦੋਨਾਂ ਧਿਰਾਂ ਤੋਂ ਗੱਲਬਾਤ ਚੱਲ ਰਹੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਜੀ ਕਿ ਦੋਵਾਂ ਧਿਰਾਂ ਤੋਂ ਗੱਲ ਨਹੀਂ ਚੱਲ ਰਹੀ, ਬਾਕੀ ਸਾਰੇ ਪਾਸੇ ਟ੍ਰੇਡ ਹੋ ਰਿਹਾ, ਸ਼੍ਰੀਲੰਕਾ ਵਾਲੇ ਪਾਸਿਓਂ, ਨੇਪਾਲ ਵਾਲੇ ਪਾਸਿਓਂ, ਚਾਈਨਾ ਵਾਲੇ ਪਾਸਿਓਂ, ਪਾਕਿਸਤਾਨ ਵਾਲੇ ਪਾਸਿਓਂ ਥੋੜ੍ਹਾ ਜਿਹਾ ਆਪਣਾ ਕਮਿਊਨੀਕੇਸ਼ਨ ਕੀ ਹੈ ਢਿੱਲਾ ਪਿਆ ਹੋਇਆ। ਜਿਵੇਂ ਅੱਜ ਵੀ ਬ੍ਰਿਕਸ ਸੰਮੇਲਨ ਦੇ ਵਿੱਚ ਹੋਰ ਬਹੁਤ ਸਾਰੇ ਕੰਟਰੀ ਮਿਲਣਗੇ, ਚਾਈਨਾ ਦੀ ਵੀ ਮੁਲਾਕਾਤ ਹੋਏਗੀ, ਤਾਂ ਉਹੀ ਕਮਿਊਨੀਕੇਸ਼ਨ ਦੀ ਗੱਲ ਇੱਦਾਂ ਤਰੀਕੇ ਨਾਲ ਸਮਝ ਲਓ ਚਾਹੇ ਤੁਸੀਂ। ਬਟ ਹੈਪਨਸ ਇਨ ਓਨਲੀ ਵਨ ਡਾਇਰੈਕਸ਼ਨ ਐਟ ਏ ਟਾਈਮ। ਬਟ ਉਹ ਕੀ ਕਹਿ ਰਿਹਾ ਜੀ ਕਿ ਦੋਹਾਂ ਧਿਰਾਂ ਦੇ ਵਿੱਚ ਕਮਿਊਨੀਕੇਸ਼ਨ ਹੈਗਾ, ਪਰ ਕੀ ਹੈ ਇੱਥੋਂ ਇੱਕ ਪਹਿਲਾਂ ਬੋਲੇਗਾ, ਦੂਸਰਾ ਫੇਰ ਬੋਲੇਗਾ। ਇਹ ਨਹੀਂ ਕਿ ਆਮਨੋ ਸਾਹਮਣੇ ਨਾਲ ਦੀ ਨਾਲ, ਜੇ ਮੈਂ ਤੁਹਾਡੇ ਲਈ ਇੱਥੇ ਗੱਲਬਾਤ ਕਰ ਰਿਹਾ, ਤੁਹਾਡੇ ਨਾਲ ਜੁੜਿਆ ਹੋਇਆ, ਤੁਸੀਂ ਉੱਥੋਂ ਨਾਲ ਦੀ ਨਾਲ ਮੈਸੇਜ ਪਾ ਰਹੇ ਹੋ, ਮੈਨੂੰ ਇਹਦੇ ਸਕਰੀਨ 'ਤੇ ਮੈਸੇਜ ਵਿਜ਼ੀਬਲ ਨੇ ਕਿ ਬੱਚੇ ਮੈਸੇਜ ਕੀ ਕਰ ਰਹੇ ਨੇ, ਬੱਚੇ ਕੀ ਆਪਸ਼ਨ ਦੱਸ ਰਹੇ ਨੇ। ਪਰ ਉਹ ਜੇ ਕਈ ਵਾਰ ਬੱਚਾ ਨਾਮ ਲੈ ਦੀਦਾ, ਫਿਰ ਉਹ ਕਹਿੰਦਾ ਸਰ ਮੇਰਾ ਨਾਮ ਨਹੀਂ ਲਿਆ, ਤਾਂ YouTube ਦਾ ਜਿਹੜਾ ਸਾਹਮਣੇ ਲਿੰਕ ਹੁੰਦਾ ਉਹਦੇ ਉੱਪਰ ਨਾਮ ਵੀ ਤੁਹਾਡਾ ਈਮੇਲ ID ਵਾਲਾ ਪ੍ਰੋਪਰ ਨਹੀਂ ਸ਼ੋ ਹੁੰਦਾ, ਇਸ ਕਰਕੇ ਨਾਮ ਆਪਾਂ ਬੋਲਦੇ ਨੇ। ਤਾਂ ਆਪਾਂ ਨੂੰ ਪੁੱਛੇਗਾ ਡੂਪਲੈਕਸ ਹੈ ਜੀ, ਹਾਫ ਡੂਪਲੈਕਸ ਹੈ ਜੀ, ਫੁੱਲ ਡੂਪਲੈਕਸ ਹੈ ਜੀ, ਜਾਂ ਸਿੰਪਲੈਕਸ ਹੈ। ਹੁਣ ਸਿੰਪਲ ਕੀ ਹੈ ਜੀ ਕਿ ਆਪਣੇ ਕੋਲ TV ਤੋਂ ਟਰਾਂਸਮਿਟ ਹੋ ਗਿਆ ਜੀ, ਉਹਦੇ ਵਿੱਚ ਆਪਣੇ ਕੋਲ ਕੀ ਆ ਗਿਆ ਜੀ ਕਮਿਊਨੀਕੇਸ਼ਨ ਆਪਣੇ ਕੋਲ ਆ ਗਿਆ, ਕਿ ਮੈਸੇਜ ਆ ਗਿਆ, ਉਦੋਂ ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ, ਰੇਡੀਓ ਤੋਂ ਮੈਸੇਜ ਆ ਗਿਆ। ਲੇਕਿਨ ਹਾਫ ਡੂਪਲੈਕਸ ਕੀ ਹੈ ਜੀ ਕਿ ਇੱਧਰੋਂ ਮੈਸੇਜ ਚਲੇ ਗਿਆ, ਦੂਸਰੇ ਪਾਸਿਓਂ ਮੈਸੇਜ ਚਲੇ ਗਿਆ, ਪਹਿਲਾਂ ਇਹ ਬੋਲੇਗਾ ਫਿਰ ਦੂਸਰਾ ਬੋਲੇਗਾ। ਜਿਵੇਂ ਕਿ ਆਪਾਂ ਕਹਿੰਦੇ ਹਾਂ ਜੀ ਵੋਕੀ ਟੋਕੀ ਦੀ ਐਗਜ਼ਾਮਪਲ ਹੈ,
ਵੋਕੀ ਟੋਕੀ ਦੀ ਐਗਜ਼ਾਮਪਲ ਕੀ ਹੈ ਜੀ, ਜਿਵੇਂ ਸਾਰੇ ਸਿਕਿਉਰਿਟੀ ਟੀਮ ਕੋਲ ਹੁੰਦਾ ਜੀ, ਜਿਵੇਂ ਗਾਰਡਸ ਕੋਲ ਤਾਂ ਉੱਥੋਂ ਇੱਕ ਨੰਬਰ ਪ੍ਰੈਸ ਕਰਦੇ ਆ, ਉਹ ਸਾਰਿਆਂ ਨੂੰ ਫਿਰ ਬੋਲਣਾ ਸ਼ੁਰੂ ਕਰਦੇ ਆ, ਜਾਂ ਫਿਰ ਆਪਦੇ ਵੱਲੋਂ ਦੂਸਰਾ ਬਟਨ ਪ੍ਰੈਸ ਕਰਨਗੇ, ਬਾਕੀ ਸਾਰੇ ਪਰਸਨਸ ਬਾਰੇ ਆਪਾਂ ਨੂੰ ਕੀ ਹੋਏਗਾ ਜੀ, ਸੁਣਨ ਦਾ ਮੌਕਾ ਮਿਲੇਗਾ। ਤਾਂ ਇਹਦੇ ਵਿੱਚ ਆਪਣੇ ਕੋਲ ਜੀ, ਤੇ ਫੁੱਲ ਡੁਪਲੈਕਸ ਕੀ ਹੋ ਗਿਆ ਕਿ ਦੋਨੋਂ ਸਾਹਮਣੇ ਹੀ ਆਪਣੇ ਕੋਲ ਬੋਲਣਗੇ। ਇਹ ਵਾਲਾ ਜਿਹੜਾ ਵਰਡ ਹੈ ਨਹੀਂ ਹੁੰਦਾ ਜੀ, ਆਪਾਂ ਨੂੰ ਸਿੰਪਲੈਕਸ ਹੁੰਦਾ, ਹਾਫ ਡੁਪਲੈਕਸ ਹੁੰਦਾ ਤੇ ਫੁੱਲ ਡੁਪਲੈਕਸ ਹੁੰਦਾ। ਫੁੱਲ ਡੁਪਲੈਕਸ ਕੀ, ਮੈਂ ਬੋਲ ਰਿਹਾ ਜੀ, ਤੁਸੀਂ ਸਾਹਮਣੇ ਵੀ ਮੇਰੇ ਨਾਲ ਸਿੰਕਰੋਨਾਈਜ਼ ਵੇ ਦੇ ਵਿੱਚ ਚੱਲ ਰਹੇ ਹੋ। ਇਹਨੂੰ ਆਪਾਂ ਨਾਲ ਸਿੰਕਰੋਨਾਈਜ਼ ਵੀ ਕਹਿ ਸਕਦੇ ਹਾਂ ਕਿ ਨਾਲ ਨਾਲ ਕੰਮ ਚੱਲ ਰਿਹਾ ਜੀ। ਹਾਂਜੀ, ਉਸ ਤੋਂ ਬਾਅਦ ਫੋਰਥ ਕੁਐਸਚਨ ਜੀ, ਚੌਥਾ ਸਵਾਲ ਜਿਹਨੂੰ ਆਪਾਂ ਕਹਿ ਦਿੰਦੇ ਜੀ ਕਿ ਐਗਜ਼ਾਮ ਦੇ ਵਿੱਚ ਕਾਫੀ ਆਪਣੇ ਕੋਲ ਫੁੱਲ ਫਾਰਮ ਵੀ ਪੁੱਛੇ ਜਾਂਦੀ ਹੈ ਜੀ ਤੇ ਐਬਰੀਵੇਸ਼ਨ ਵੀ ਪੁੱਛੇ ਜਾਂਦੀ ਹੈ। ਹੁਣ USB ਦੀ ਫੁੱਲ ਫਾਰਮ ਹੈ, ਪਤਾ ਹੀ ਹੈ ਜੀ, ਯੂਨੀਵਰਸਲ ਸੀਰੀਅਲ ਬੱਸ ਹੁੰਦੀ ਹੈ। ਇਸ ਤਰੀਕੇ ਦੀ ਫਾਈਲਸ, ਇਸ ਤਰੀਕੇ ਦੇ ਬਹੁਤ ਸਾਰੇ ਐਬਰੀਵੇਸ਼ਨ, ਡੇਲੀ ਤੁਸੀਂ ਕੀ ਕਰਨਾ ਹੈ, 5 ਐਬਰੀਵੇਸ਼ਨਸ ਤੁਸੀਂ ਖੁਦ ਸਵੇਰੇ ਜਾਂ ਸ਼ਾਮ, ਉਸ ਨੂੰ ਜਿਵੇਂ ਆਪਾਂ ਮੈਡੀਸਨ ਦੇ ਤਰੀਕੇ ਨਾਲ ਕਹਿੰਦੇ ਆ ਕਿ ਸਵੇਰੇ ਸ਼ਾਮ ਲੈਣੀ ਪੈਂਦੀ ਹੈ ਜੀ ਉਸ ਚੀਜ਼ ਨੂੰ ਦਰੁਸਤ ਕਰਨ ਲਈ, ਉਵੇਂ ਇਹ ਜੇ 5-5 ਕਰਕੇ ਯਾਦ ਕਰੋਗੇ ਤਾਂ ਹੀ ਸਾਰੀਆਂ ਯਾਦ ਹੋ ਪਾਉਣਗੀਆਂ। ਜਿਵੇਂ ਕਿ ਤੁਹਾਨੂੰ ਸਪੂਲਿੰਗ ਦਾ ਵੀ ਪੁੱਛਿਆ ਜਾ ਸਕਦਾ ਹੈ ਜੀ, ਐਗਜ਼ਾਮਪਲ ਹੈ। ਉਸ ਤੋਂ ਬਾਅਦ ਕੈਪਚਾ ਦਾ ਫੁੱਲ ਫਾਰਮ ਪੁੱਛਿਆ ਜਾ ਸਕਦਾ ਹੈ। ਹੁਣ ਕੁਝ ਬੱਚੇ ਇੰਟਰਵਿਊ ਉਹਨਾਂ ਦਾ ਲੈ ਰਹੇ ਸੀ ਤਾਂ ਉਹਨਾਂ ਨੂੰ ਪੁੱਛਿਆ ਜੀ ਕਿ CVV ਦੀ ਵੈਲਿਊ ਕੀ ਹੁੰਦੀ ਹੈ ਜੀ, ਤੁਸੀਂ ਸਾਰੇ ਯੂਜ਼ ਕਰਦੇ ਹੋ, ਤੁਸੀਂ ਸਾਰੇ ATM ਦੇ ਪਿੱਛੇ ਇੱਕ ਨੰਬਰ ਦਿੱਤਾ ਹੋਇਆ ਹੁੰਦਾ, ਤਾਂ ਉਹ ਕਹਿੰਦੇ ਹਾਂਜੀ ਸਰ ਨੰਬਰ ਤਾਂ ਦਿੱਤਾ ਹੁੰਦਾ। ਮੈਂ ਕਿਹਾ ਜੀ ਬੈਂਕ ਵਾਲੇ ਕਹਿੰਦੇ ਉਹਨੂੰ ਮਿਟਾਉਣਾ ਹੁੰਦਾ, ਕਹਿੰਦੇ ਸਰ ਮਿਟਾਇਆ ਤਾਂ ਹੈ ਨਹੀਂ ਜੀ, ਅਸੀਂ ਬਸ ਕਾਰਡ ਰੱਖ ਲਿਆ। ਤੇ CVV ਦੀ ਜਿਹੜੀ ਵੈਲਿਊ ਹੁੰਦੀ ਉਹਨੂੰ ਆਪਾਂ ਕਹਿੰਦੇ ਜੀ ਕਾਰਡ ਵੈਰੀਫਿਕੇਸ਼ਨ ਵੈਲਿਊ। ਇਹ ਯੂਨੀਕ ਨੰਬਰ ਹੁੰਦਾ, ਸਾਰਿਆਂ ਦੇ ਲਈ ਅਲੱਗ-ਅਲੱਗ ਦਿੱਤਾ ਹੋਇਆ ਹੁੰਦਾ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਐਬਰੀਵੇਸ਼ਨ ਵਾਈਜ਼ ਪੁੱਛੇ ਜਾ ਸਕਦੀਆਂ, ਫੁੱਲ ਫਾਰਮ ਵਾਈਜ਼ ਪੁੱਛੇ ਜਾਂਦੇ ਆ। ਪੰਜਾਬ ਦੇ ਵਿੱਚ ਜੋ ਰੀਸੈਂਟ ਟ੍ਰੈਂਡ ਚੱਲ ਰਿਹਾ, ਪਹਿਲੇ ਨੰਬਰ ਤੇ ਕੀ ਹੈ ਕਿ ਐਬਰੀਵੇਸ਼ਨ ਪੁੱਛੀ ਜਾਣੀ ਹੈ ਜੀ, ਬਿਲਕੁਲ ਪੁੱਛੀ ਜਾਣੀ ਹੈ। ਦੂਸਰਾ ਨਵਾਂ ਕੀ ਆ ਚੁੱਕਿਆ ਜੀ, ਫਿਲ ਇਨ ਦੀ ਬਲੈਂਕਸ। ਅਸਰਸ਼ਨ ਰੀਜ਼ਨਿੰਗ ਤਾਂ ਹੁੰਦੀ ਹੈ, ਫਿਲ ਇਨ ਦੀ ਬਲੈਂਕਸ ਪਹਿਲਾਂ ਇੱਕ ਆਂਦੀ ਸੀ ਕਿ ਇੱਕ ਡੈਸ਼ ਹੈ ਜੀ ਬਾਕੀ ਭਰੋ। ਹੁਣ ਦੇ ਪੇਪਰਾਂ ਦੇ ਵਿੱਚ, ਕਈ ਪੇਪਰਾਂ ਦੇ ਵਿੱਚ ਹੋਇਆ ਜੀ 2 ਫਿਲ ਇਨ ਦੀ ਬਲੈਂਕਸ ਪੁੱਛੀਆਂ ਗਈਆਂ ਵੀ ਪਹਿਲੀ ਵੀ ਦੱਸੋ ਜੀ, ਦੂਸਰੀ ਵੀ ਦੱਸੋ, ਕਿ ਉਹਦੇ ਵਿੱਚ ਕਨਫਿਊਜ਼ਿੰਗ ਹੋ ਸਕਦਾ ਹੈ। ਉਹ ਕੁਐਸਚਨ ਵੀ ਤੁਹਾਨੂੰ ਕਰਾਵਾਂਗੇ, ਵੈਬ ਪੇਜ ਦੇ ਰਿਗਾਰਡਿੰਗ ਕੁਐਸਚਨ ਸੀਗਾ ਜੀ, 2 ਫਿਲ ਇਨ ਦੀ ਬਲੈਂਕ ਸੀ, ਉੱਪਰ ਡੈਫੀਨੇਸ਼ਨ ਲਿਖੀ ਸੀ, ਵੈਬ ਪੇਜ ਤੇ ਹੋਮ ਪੇਜ ਦੀ ਡੈਫੀਨੇਸ਼ਨ ਨੂੰ ਪਛਾਣਨਾ ਸੀ ਉਹਦੇ ਵਿੱਚੋਂ। ਤਾਂ ਹੀ ਮੈਂ ਪਹਿਲੀ ਸਲਾਈਡ ਤੇ ਤੁਹਾਡੇ ਲਈ ਲਿਖਿਆ ਜੀ ਕਿ ਐਗਜ਼ਾਮ ਓਰੀਐਂਟਡ ਸਟੱਡੀ ਹੈ, ਕੋਈ ਇਦਾਂ ਨਹੀਂ ਕਿ ਆਏ ਕੁਐਸਚਨ ਕਰਾਏ ਤੇ ਚੱਲ ਗਏ, ਨਾਲ ਨਾਲ ਐਕਸਪਲੇਨੇਸ਼ਨ ਵੀ ਚੱਲ ਰਹੀ ਹੈ। ਹਾਂਜੀ, ਪੰਜਵਾਂ ਸਵਾਲ ਜੀ, ਜਿਹੜੇ ਕਿ ਉਸ ਤਰੀਕੇ ਨਾਲ ਪੁਰਾਣੇ ਪੇਪਰਾਂ ਦੇ ਵਿੱਚ ਪੁੱਛੇ ਗਏ, ਆਪਾਂ ਇਹਦੀ ਡਿਟੇਲ ਡਿਸਕਸ਼ਨ ਦੇ ਵਿੱਚ ਦੇਖਾਂਗੇ। ਵਿਚ ਆਫ ਦੀ ਫੋਲੋਇੰਗ ਪ੍ਰੋਗਰਾਮਿੰਗ ਲੈਂਗੁਏਜਸ, ਪੰਜਵਾਂ ਸਵਾਲ ਹੈ ਜੀ। ਤੇ ਜਿਹੜੇ ਬੱਚਿਆਂ ਨੂੰ ਕੰਪਿਊਟਰ ਆਂਦਾ ਹੈ ਬਹੁਤ ਅੱਛੇ ਤਰੀਕੇ ਨਾਲ, ਉਹ ਕੀ ਕਰ ਸਕਦੇ ਆ, ਇੱਕ ਸੈਲਫ ਅਸੈਸਮੈਂਟ ਸ਼ੀਟ ਬਣਾ ਸਕਦੇ ਆ। 1 ਤੋਂ ਲੈ ਕੇ 10 ਤੱਕ, 20 ਤੱਕ ਜਿੰਨੇ ਵੀ ਨੰਬਰ, ਵੈਸੇ ਆਪਾਂ ਕਲਾਸ ਦੇ ਵਿੱਚ 20-25 ਮਿੰਟ ਦੇ ਹਿਸਾਬ ਨਾਲ ਸੋਚ ਕੇ ਚੱਲੋ ਕਿ 10 ਤੋਂ ਲੈ ਕੇ 12 ਸਵਾਲ ਹੀ ਕਰ ਪਾਵਾਂਗੇ। ਤੇ ਕਿਉਂਕਿ ਨਾਲ ਨਾਲ ਆਪਾਂ ਸਮਝਾ ਵੀ ਰਹੇ, ਨਾਲ ਨਾਲ ਆਪਾਂ ਐਕਸਪਲੇਨੇਸ਼ਨ ਵੀ ਕਰ ਰਹੇ ਹਾਂ ਕਿ ਖੱਬੇ ਸੱਜੋਂ ਕਿਸ ਤਰੀਕੇ ਦਾ ਸਵਾਲ ਆ ਸਕਦਾ ਹੈ, ਕਿਤੇ ਤੁਸੀਂ ਗਲਤੀ ਕਰ ਸਕਦੇ ਹੋ, ਜਾਂ ਕਿਸ ਤਰੀਕੇ ਦਾ ਟ੍ਰੈਂਡ ਚੱਲ ਰਿਹਾ ਪੇਪਰਾਂ ਦਾ। ਹਾਂ, ਆਪਣੀ ਕਲਾਸ ਦੇ ਵਿੱਚ ਉਹ ਕਪਿਲ ਸ਼ਰਮਾ ਦੀ ਤਰ੍ਹਾਂ ਕੋਈ ਗੱਲਬਾਤ ਨਹੀਂ ਹੋਏਗੀ ਜਾਂ ਹੋਰ ਤਰੀਕੇ ਨਾਲ, ਕਿਉਂਕਿ ਸਟੈਂਡ ਅਪ ਕਾਮੇਡੀ ਵਾਲਾ ਕੰਮ ਆਪਾਂ ਇੱਥੇ ਨਹੀਂ ਕਰਨਾ, ਕਿਉਂਕਿ ਆਪਾਂ ਸਿਰਫ ਕੀ ਹੈ, ਇੱਕ ਓਰੀਐਂਟਡ ਸਟੱਡੀ ਲਿਖਿਆ ਹੋਇਆ ਐਗਜ਼ਾਮ ਓਰੀਐਂਟਡ, ਆਪਾਂ ਇੱਥੇ ਸਿਰਫ ਪੇਪਰ ਕਲੀਅਰ ਕਰਵਾਉਣ ਲਈ ਤੁਹਾਡੇ ਲਈ ਕਲਾਸ ਦੇ ਵਿੱਚ ਰਿਪਰੈਜ਼ੈਂਟ ਹੈ। ਠੀਕ ਹੈ ਜੀ, ਆਪਾਂ ਨੂੰ ਜਿਹੜਾ ਕੰਮ ਦਿੱਤਾ ਗਿਆ ਆਪਾਂ ਸਿਰਫ ਸਟੱਡੀ ਵਾਲਾ ਕੰਮ ਹੀ ਕਰ ਸਕਦੇ ਹਾਂ, ਆਪਾਂ ਦੂਸਰੇ ਪਰਸਨ ਦਾ ਕੋਈ ਕੰਮ ਨਹੀਂ ਕਰ ਸਕਦੇ, ਆਪਣਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਠੀਕ ਹੈ ਜੀ, ਸਟੈਂਡ ਅਪ ਕਾਮੇਡੀ ਨਹੀਂ ਕਰ ਸਕਦਾ, ਇਸ ਕਰਕੇ ਆਪਾਂ ਉਹ ਵਾਲੀ ਗੱਲਬਾਤ ਆਪਾਂ ਡਿਸਕਸ ਨਹੀਂ ਕਰਾਂਗੇ ਕਲਾਸ ਦੇ ਅੰਦਰ। ਚਲੋ ਜੀ, ਪੰਜਵਾਂ ਸਵਾਲ ਜੀ, ਕੁਛ ਨਿਯਮ ਨੇ ਜੀ ਕਲਾਸ ਦੇ, ਤਾਂ ਉਹ ਕੁਛ ਨਵੇਂ ਯੂਜ਼ਰ ਜੁੜੇ ਨੇ, ਉਸ ਤਰੀਕੇ ਨਾਲ ਹੀ ਆਪਾਂ ਸਮਝਾ ਰਹੇ ਹਾਂ। ਵਿਚ ਆਫ ਦੀ ਫੋਲੋਇੰਗ ਪ੍ਰੋਗਰਾਮਿੰਗ ਲੈਂਗੁਏਜ ਵਾਈਡਲੀ ਯੂਜ਼ਡ ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਐਂਡ ਆਲਸੋ ਇਨ ਦੀ ਬਿਜ਼ਨਸ। ਵੀ ਕਬੋਲ ਨੂੰ ਯੂਜ਼ ਕੀਤਾ ਜਾਂਦਾ ਹੈ ਜੀ, ਫੋਰਟਰੈਨ ਨੂੰ ਯੂਜ਼ ਕੀਤਾ ਜਾਂਦਾ ਹੈ, ਪਾਸਕਲ ਨੂੰ ਯੂਜ਼ ਕੀਤਾ ਜਾਂਦਾ ਜਾਂ ਲਿਸਪ ਨੂੰ, ਹੈ ਇਹ ਸਾਰੀਆਂ ਲੈਂਗੁਏਜਸ, ਲੇਕਿਨ ਇਹਦੇ ਵਿੱਚ ਜਿਹੜੀ ਸਾਨੂੰ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਪਾਸਕਲ ਦੀ ਪ੍ਰੋਗਰਾਮਿੰਗ, ਨਾਲ ਨਾਲ ਵਾਈਡਲੀ ਯੂਜ਼ ਲਿਖਿਆ ਕਿ ਬਹੁਤ ਵੱਡੇ ਪੱਧਰ ਤੇ ਜਿਹਨੂੰ ਯੂਜ਼ ਕੀਤਾ ਜਾਂਦਾ ਕੰਪਿਊਟਰ ਸਾਇੰਸ ਦੇ ਅੰਦਰ, ਇੰਜੀਨੀਅਰਿੰਗ ਦੇ ਅੰਦਰ ਤੇ ਨਾਲ ਨਾਲ ਬਿਜ਼ਨਸ ਦੇ ਅੰਦਰ। ਜੇ ਇਹਨਾਂ ਦੇ ਵਿੱਚੋਂ ਕੋਈ ਹੋਰ ਖੱਬਾ ਸੱਜਾ ਹੁੰਦਾ ਲੈਟਰ, ਫਿਰ ਆਪਾਂ ਕਿਸੇ ਹੋਰ ਆਪਸ਼ਨ ਵੱਲ ਜਾ ਸਕਦੇ ਸੀ। ਆਹ ਇੱਕ ਚਾਰਟ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਕਿ ਆਪਾਂ ਸਿਰਫ ਇਕੱਲੇ ਕੁਐਸਚਨ ਆਨਸਰ ਨਹੀਂ ਕਰ ਰਹੇ ਜੀ, ਕੁਐਸਚਨ ਦੇ ਨਾਲ ਆਪਾਂ ਆਨਸਰ ਵੀ ਕਰ ਰਹੇ ਹਾਂ, ਆਨਸਰ ਦੇ ਨਾਲ ਨਾਲ ਆਪਾਂ ਹੋਰ ਐਕਸਪਲੇਨੇਸ਼ਨ ਵੀ ਦੇਖ ਰਹੇ ਹਾਂ ਕਿ ਕੋਈ ਵੀ ਚੀਜ਼ ਪੁੱਛੀ ਜਾ ਸਕਦੀ ਹੈ ਕਿ ਜਾਵਾ ਸਕ੍ਰਿਪਟ ਕਦੋਂ ਆਈ ਜੀ, 95 'ਚ ਆਈ ਜੀ, ਹੋਰ ਨਾਲ ਨਾਲ ਕੀ ਡਿਵੈਲਪ ਹੋਇਆ ਜੀ, ਰੂਬੀ ਨੂੰ ਉਹਨੇ ਰਿਪਲੇਸ ਕੀਤਾ ਜੀ, ਆਬਜੈਕਟਿਵ ਸੀ 1983 ਦੇ ਵਿੱਚ ਆਈ, 91 ਅੰਦਰ 91। ਤਾਂ ਇਹ ਸਾਰੀ ਕੀ ਹੈ ਜੀ, ਪੋਪੂਲਰ ਪ੍ਰੋਗਰਾਮਿੰਗ ਲੈਂਗੁਏਜਸ ਨੇ ਜਿਹੜੀਆਂ ਕਿ ਉਸ ਸਮੇਂ ਦੇ ਵਿੱਚ ਦਰਸਾਈਆਂ ਗਈਆਂ। ਬਟ ਵੈਰੀ ਸੌਰੀ ਕਿ ਜਿਹੜਾ
ਆਪਾਂ ਆਪਦੇ ਸਕੂਲ ਸਮੇਂ ਕੰਪਿਊਟਰ ਪੜ੍ਹਿਆ ਉਹਦੇ ਵਿੱਚ ਇਹ ਚੀਜ਼ਾਂ ਅਗਰ ਦੱਸ ਦਿੰਦੇ ਤਾਂ ਜ਼ਿਆਦਾ ਵਧੀਆ, ਕਿਉਂਕਿ ਆਪਣਾ ਡੇਟ ਆਫ ਬਰਥ ਇਹਦੇ ਵੇਲੇ ਤਾਂ ਨਹੀਂ ਹੋਏਗਾ ਅਪਰੋਕਸੀਮੇਟਲੀ। ਕੱਲਾ ਸਵਿਫਟ ਵਾਲਾ ਤੁਸੀਂ ਥੋੜ੍ਹਾ ਜਿਹਾ ਕਹਿ ਸਕਦੇ ਹੋ ਕਿ 2014 ਵਾਲਾ ਹੋ ਸਕਦਾ ਕੋਈ ਬੱਚਾ ਨਾ ਹੋਵੇ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਕਲੀਅਰ ਹੋ ਗਿਆ ਉਸ ਨੂੰ ਸਾਰਾ ਕੰਸੈਪਟ ਕਿ ਆਪਾਂ ਇਸ ਲੈਂਗੁਏਜ ਨੂੰ, ਫੋਰਟਰਨ ਨੂੰ, ਬੇਸਿਕ ਹੈ, ਪਾਸਕਲ ਹੈ, ਸੀ ਲੈਂਗੁਏਜ ਹੈ, ਇਹ ਸਾਰੀਆਂ ਪ੍ਰੋਗਰਾਮਿੰਗ ਲੈਂਗੁਏਜਾਂ ਟਾਈਮਲਾਈਨ ਹੈ ਤੇ ਅਲੱਗ-ਅਲੱਗ ਵੀ ਯੂਜ਼ ਹੁੰਦੀ ਆ। ਹਲੇ ਤੱਕ ਵੀ ਅਪੋਲੋ ਜਿਹੜਾ ਮਿਸ਼ਨ ਸੀਗਾ, ਜਿਵੇਂ ਚੰਦਰਯਾਨ 3 ਅੱਜ ਸੌਫਟ ਲੈਂਡਿੰਗ ਕਰ ਰਿਹਾ ਜੀ, ਤਾਂ ਉਵੇਂ ਅਪੋਲੋ ਦੇ ਅੰਦਰ ਵੀ ਜਦੋਂ ਉਹਨੂੰ ਫੀਮੇਲ ਕੈਂਡੀਡੇਟ ਜਿਹੜੇ ਪ੍ਰੋਗਰਾਮਿੰਗ ਕਰ ਰਹੇ ਸੀ, ਉਹਨਾਂ ਨੇ ਪ੍ਰੋਗਰਾਮਿੰਗ ਦੇ ਨਾਲ ਹੀ ਉਹਨੂੰ ਉਸ ਸਮੇਂ ਲੈਂਡ ਕਰਵਾਇਆ ਮੂਨ ਮਿਸ਼ਨ ਦੇ ਅੰਦਰ, ਜਦੋਂ ਫਸਟ ਮੂਨ ਮਿਸ਼ਨ ਸੀਗਾ ਅਪੋਲੋ ਜੀ। ਤਾਂ ਇਸ ਕਰਕੇ ਕੋਡਿੰਗ ਅੱਜ ਵੀ ਵੈਲਿਊ ਰੱਖਦੀ ਆ, ਅੱਜ ਵੀ ਨਾਸਾ ਦੇ ਅੰਦਰ ਇਹਨਾਂ ਦੇ ਵਿੱਚੋਂ ਕੋਡਿੰਗ ਯੂਜ਼ ਕੀਤੀ ਜਾਂਦੀ ਹੈ। ਹਾਂਜੀ, ਇਸ ਤਰੀਕੇ ਨਾਲ ਥੋੜ੍ਹਾ ਜਿਹਾ 60-70 ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਸ 'ਚ ਇੱਕ ਵਾਰ ਹੁੰਦੀ ਹੈ, ਇੱਕ ਲੜਾਈ ਹੁੰਦੀ ਆ। ਲਿਖਿਆ ਨਾ ਜੀ ਅਰਲੀ ਲਿਸਪ ਪ੍ਰੋਗਰਾਮਰ ਕਿ ਇਹਦੀ ਸਿਚੁਏਸ਼ਨ ਇਹ ਹੈ, ਲਿਸਪਰਸ ਕੈਪਟ ਰਿਫਾਈਨਿੰਗ ਦੇਅਰ ਲਿਸਪ ਟੈਕਨੀਕ, ਉਹ ਕੁਛ ਨਾ ਕੁਛ ਆਪਦਾ ਰਿਫਾਈਨ ਕਰਦੇ ਹੀ ਰਹਿੰਦੇ ਆ। ਉਸ ਤੋਂ ਪਹਿਲਾਂ ਵਾਲੇ ਹੈ ਲੈਮਡਾ ਕੈਲਕੂਲੇਸ਼ਨਸ ਹੈ ਜਿਹੜੀ ਆਪਾਂ ਪਹਿਲਾਂ ਕਰਦੇ ਸੀ। ਤਾਂ ਆਪਸ 'ਚ ਕੀ ਸਾਰਿਆਂ ਨੇ ਆਪਣੇ ਆਪ ਨੂੰ ਕੀ ਕੀਤਾ ਜੀ, ਆ ਮੈਕ ਲਿਸਪ ਹੈ ਕਿ ਆਪਦੇ ਆਪ ਨੂੰ ਹੋਰ ਵਧੀਆ ਬਣਾ ਰਹੇ ਹੈ। ਤਾਂ ਇੱਕ ਜਸਟ ਇੱਕ ਕਾਰਟੂਨਿਸਟ ਇਮੇਜ ਸੀਗੀ, ਸੋਚਿਆ ਕਿ ਤੁਸੀਂ ਉਹ ਆਪਦੇ ਆਪ ਨੂੰ ਹੋਰ ਵਧੀਆ ਤਰੀਕੇ ਨਾਲ ਕਿ 70 ਨੇ 60 ਨੂੰ ਖਾ ਲਿਆ ਜੀ, ਦੇਖ ਲਓ। ਉਵੇਂ ਜਿਵੇਂ ਕਿ ਕ੍ਰੋਮੈਗਨੋ ਨੇ, ਕਬੂਲ ਨੇ ਹੋਰ ਚੀਜ਼ਾਂ ਨੂੰ ਲਿੱਤਾ, ਜਿਵੇਂ ਬਾਕੀ ਸਾਰੀ ਪ੍ਰੋਗਰਾਮਿੰਗ ਨੂੰ ਅੱਜ ਕੌਣ ਖਤਮ ਕਰ ਰਿਹਾ ਜੀ, ਚੈਟ GPT ਹੈ, ਓਪਨ AI ਹੈ, ਹੋਰ ਬਹੁਤ ਸਾਰੇ ਪਲੇਟਫਾਰਮਸ ਆ ਜੋ ਕਿ ਓਪਨ ਐਂਡਡਲੀ ਚੱਲ ਪਏ ਆ ਤੇ ਬਹੁਤ ਸਾਰੇ ਚੀਜ਼ਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਕਰ ਸਕਦੇ। ਮੈਨ ਪਾਵਰ ਜਿਹੜੀ ਹੈ ਉਹ ਬਿਕੋਜ਼ ਆਫ AI ਖਤਮ ਹੋ ਰਹੀ ਹੈ ਜੀ। ਹਾਂਜੀ, ਪਾਸਕਲ ਇੰਪੈਰੇਟਿਵ ਦੇ ਪ੍ਰੋਸੀਜਰਲ ਪ੍ਰੋਗਰਾਮਿੰਗ ਲੈਂਗੁਏਜਸ ਸੀ ਜਿਹਨੂੰ ਨਿਕਲਸ ਰਿਥ ਨੇ ਬਣਾਇਆ ਸੀ, ਲੇਕਿਨ ਇਹ ਬਹੁਤ ਰਿਸਪੈਕਟ ਕਰਦੇ ਸੀ ਫਿਜ਼ੀਸ਼ੀਅਨ ਦੀ। ਜਿਹੜੇ ਬਲੇਜ਼ ਪਾਸਕਲ ਜਿਹਨੂੰ ਆਪਾਂ ਸਾਇੰਸ ਦੇ ਵਿੱਚ ਪੜ੍ਹਦੇ ਹਾਂ, ਉਹਨਾਂ ਦੇ ਨਾਂ 'ਤੇ ਇਹਨਾਂ ਨੇ ਰੱਖਿਆ ਕਿ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਵਜੋਂ ਜਾਂ ਇੱਕ ਰਿਸਪੈਕਟ ਦੇ ਵਜੋਂ ਕਿ ਬਹੁਤ ਵਧੀਆ ਕੰਮ ਉਹਨਾਂ ਨੇ ਕੀਤਾ। ਤਾਂ ਇਹ ਚਾਰਟ ਦੇ ਵਿੱਚੋਂ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ, ਇਹ ਪਲੀਜ਼ ਅੰਡਰਲਾਈਨ ਕਰ ਲਓ ਜੀ ਸਾਰੇ ਸਟੂਡੈਂਟਸ। ਲੋ ਲੈਵਲ ਲੈਂਗੁਏਜ ਵੀ ਤੁਹਾਨੂੰ ਪੁੱਛੀ ਜਾ ਸਕਦੀ ਹੈ, ਕਿਹੜੀ ਹੈ? ਅਸੈਂਬਲੀ ਲੈਂਗੁਏਜ, ਮਸ਼ੀਨ ਲੈਂਗੁਏਜ। ਜਿਵੇਂ ਬਾਈਨਰੀ ਦੇ ਵਿੱਚ ਆਪਾਂ ਕੀਤਾ ਕਿ ਮਸ਼ੀਨ ਲੈਂਗੁਏਜ 0 ਐਂਡ 1 ਹੁੰਦੀ ਹੈ ਤੇ ਹਰ ਇੱਕ ਮਸ਼ੀਨ ਦੀ ਜਿਹੜੀ ਲੈਂਗੁਏਜ ਹੋਊਗੀ ਉਹ ਅਲੱਗ-ਅਲੱਗ ਹੋਊਗੀ। ਮੰਨ ਲਓ ਜਿਵੇਂ ਇਹ ਡੈਲ ਕੰਪਨੀ ਦਾ ਹੈ ਜੀ, ਇਹਦੀ ਮਸ਼ੀਨ ਲੈਂਗੁਏਜ ਅਲੱਗ ਹੈ ਜੀ, ਠੀਕ ਹੈ ਜੀ। ਇਹ ਵਾਲਾ ਜਿਹੜਾ ਇਹ ਵੀ ਡੈਲ ਕੰਪਨੀ ਦਾ ਜੀ, ਇਹਦੀ ਮਸ਼ੀਨ ਲੈਂਗੁਏਜ ਅਲੱਗ ਹੈ। ਹਰ ਇੱਕ ਮਸ਼ੀਨ ਦੀ ਜਿਹੜੀ ਲੈਂਗੁਏਜ ਹੋਊਗੀ ਉਹ ਅਲੱਗ-ਅਲੱਗ ਕੰਪਨੀ ਦੁਆਰਾ ਡਿਸਾਈਡ ਕੀਤੀ ਹੋਏਗੀ। ਹਾਈ ਲੈਵਲ ਲੈਂਗੁਏਜ ਜਿਹਨੂੰ ਕਿ ਆਪਾਂ ਵੀ ਸਮਝ ਸਕਦੇ ਹਾਂ, ਬਹੁਤ ਵਧੀਆ ਤਰੀਕੇ ਨਾਲ ਜਾ ਸਕਦੇ ਹਾਂ। ਐਗਜ਼ਾਮਪਲ ਇਹ ਵੀ ਪੁੱਛੀ ਜਾ ਸਕਦੇ, ਵਿਚ ਆਫ ਫੋਲੋਇੰਗ ਇਜ਼ ਨਾਟ, ਕਿਉਂਕਿ ਜਿਵੇਂ ਆਪਾਂ ਥਰਡ ਕੁਐਸਚਨ ਇੱਥੇ ਕੀਤਾ ਸੀਗਾ, ਇੱਥੇ ਦੱਸਿਆ ਸੀ ਤੁਹਾਨੂੰ ਮੈਂ ਕਿ ਕਿਹੜਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ। 1 2 3 ਮੈਂ ਤੁਹਾਨੂੰ ਪੁਆਇੰਟ ਤੇ ਥਰਡ ਜਿਹੜਾ ਟ੍ਰੈਂਡ ਹੈ ਜੀ ਇੱਥੇ ਹੈ ਕਿ ਨੋਟ ਵਾਲੇ ਸਵਾਲ ਵੀ ਪੁੱਛੇ ਜਾ ਰਹੇ ਨੇ। ਨੋਟ ਵਾਲੇ ਸਵਾਲ ਇਸ ਤਰੀਕੇ ਨਾਲ ਪੁੱਛੇ ਜਾ ਰਹੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ। ਆਪਣਾ ਜਿਹੜਾ ਮਾਈਂਡ ਹੈ ਉਹ ਟ੍ਰੇਨਡ ਕੀ ਹੁੰਦਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ। ਤਾਂ ਬਟ ਐਗਜ਼ਾਮੀਨਰ ਨੇ ਆਪਾਂ ਨੂੰ ਟਾਈਮ ਵੀ ਵੇਸਟ ਕਰਵਾਉਣਾ, ਉਹਨੇ ਆਪਾਂ ਨੂੰ ਕਨਫਿਊਜ਼ ਵੀ ਕਰਨਾ। ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਜੀ ਸਾਰਿਆਂ ਨੇ ਕਿ ਨੋਟ ਵਾਲਾ ਸਵਾਲ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ। ਕੋਸ਼ਿਸ਼ ਮੈਂ ਕੀਤੀ ਕਿ ਸ਼ਾਇਦ ਇਹਦੇ ਵਿੱਚ ਵੀ ਤੁਹਾਨੂੰ ਸਵਾਲ ਮੈਨੇ ਪਾਇਆ, ਆਪਾਂ ਦੇਖਦੇ ਹਾਂ ਕਿ ਕਿੱਥੇ ਤੱਕ ਪਹੁੰਚਿਆ ਜਾਏਗਾ। ਕਲੀਅਰ ਜੀ ਇੱਥੋਂ ਤੱਕ? ਚਲੋ ਜੀ, ਅਪਰੋਕਸੀਮੇਟਲੀ 5 ਸਵਾਲ ਹੋ ਚੁੱਕੇ। ਹਾਂਜੀ, ਜਿਹੜਾ 6ਵਾਂ ਸਵਾਲ ਹੈ ਜੀ ਅੱਜ ਤੱਕ ਦਾ ਮੋਸਟ ਕਿੰਨੇ ਵੀ ਐਮ ਲਿਖ ਲਓ ਜੀ, ਕਿੰਨੇ ਵੀ ਜਿਵੇਂ ਆਪਣੇ ਪੁਰਾਣੇ ਟੀਚਰ ਲਿਖ ਦਿੰਦੇ ਸੀ ਕਿ ਵੈਰੀ ਇੰਪੋਰਟੈਂਟ ਹੈ ਜੀ, ਐਕਸਟ੍ਰੀਮਲੀ ਇੰਪੋਰਟੈਂਟ ਹੈ ਜੀ, ਪੇਪਰ ਦੇ ਵਿੱਚ ਆਏਗਾ। ਆਪਾਂ ਦੇਖਦੇ ਸੀ ਕਿ ਜਿੰਨੇ ਵੀ ਟੈਸਟ ਜਾਂ ਪੇਪਰ ਲਿੱਤੇ ਗਏ ਮੈਡਮ ਤੋਂ ਕਿ ਮੈਡਮ ਐਗਜ਼ਾਮੀਨਰ ਸੈਟਰ ਹੈ ਜੀ, ਇਹ ਸਾਡਾ ਪੇਪਰ ਪਾ ਸਕਦੇ ਆ। ਤਾਂ ਇਸ ਕਰਕੇ ਆਪਾਂ ਪੇਪਰ ਤਾਂ ਨਹੀਂ ਪਾਵਾਂਗੇ ਜੀ, ਬਟ ਤੁਹਾਨੂੰ ਕੀ ਹੈ ਜੀ ਇੱਕ ਅੰਦੇਸ਼ਾ ਜਾਂ ਇੱਕ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸ ਰਹੇ ਹਾਂ ਕਿ ਕਿਆ ਪੁੱਛਿਆ ਜਾ ਸਕਦਾ। ਫਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਦੇ ਵਿੱਚ ਕੀ ਸੀਗਾ ਜੀ? ਇਲੈਕਟ੍ਰੋਨਿਕ ਵਾਲਵ ਸੀਗਾ ਜੀ, ਵੈਕਿਊਮ ਟਿਊਬ ਸੀਗਾ ਜੀ, ਟਰਾਂਜਿਸਟਰ ਸੀ ਜਾਂ ਸੈਮੀਕੰਡਕਟਰ ਮੈਮਰੀ ਸੀ। ਹੁਣ ਜਿਵੇਂ ਟਰਾਂਜਿਸਟਰ ਹੈ ਜੀ, ਇਹਨੂੰ ਕਿਹਨੇ ਬਣਾਇਆ ਜੀ? ਜੌਨ ਬਾਰਡੀ ਨੇ। ਉਸ ਤੋਂ ਬਾਅਦ ਹੀ ਆਪਣੀ ਇੰਟੀਗ੍ਰੇਸ਼ਨ ਹੋ ਪਾਈ ਜੀ, ਚਾਹੇ ਉਹ ਸਮਾਲ ਸਕੇਲ ਇੰਟੀਗ੍ਰੇਸ਼ਨ ਸੀ, ਚਾਹੇ ਉਹ ਮੀਡੀਅਮ ਸਕੇਲ ਇੰਟੀਗ੍ਰੇਸ਼ਨ ਸੀ, ਚਾਹੇ ਉਹ ਲਾਰਜ ਸਕੇਲ ਇੰਟੀਗ੍ਰੇਸ਼ਨ ਹੋ ਗਈ, ਚਾਹੇ ਉਹ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਹੋ ਗਈ। ਹੁਣ ਤਾਂ ULSI ਚੱਲ ਰਹੀ ਹੈ, ਬਹੁਤ ਵੱਡੀ ਟੈਕਨੀਕ ਚੱਲ ਰਹੀ ਹੈ। ਤਾਂ ਡਿਪੈਂਡ ਕਰਦਾ ਕਿ ਪਹਿਲਾਂ ਆਪਣੇ ਕੋਲ ਕੀ ਸੀ। ਵੈਕਿਊਮ ਟਿਊਬ 'ਤੇ ਕੁਐਸਚਨ ਵੀ ਆਇਆ ਹੋਇਆ ਹੈ, CRT 'ਤੇ ਵੀ ਕੁਐਸਚਨ ਪੰਜਾਬ ਦੇ ਪੇਪਰਾਂ ਦੇ ਵਿੱਚ ਆਇਆ ਹੋਇਆ। ਆਪਾਂ ਅਲੱਗ-ਅਲੱਗ ਸੈੱਟ ਇਸ ਕਰਕੇ ਚੂਜ਼ ਕੀਤਾ ਕਿ ਕਮਿਊਨੀਕੇਸ਼ਨ ਦਾ ਕੁਐਸਚਨ ਲੈ ਕੇ ਆਉਂਦਾ, ਮੈਮਰੀ ਵਾਲਾ ਕੁਐਸਚਨ ਲੈ ਕੇ ਆਉਂਦਾ, ਨੰਬਰ ਸਿਸਟਮ, ਕਿ ਸਾਰੇ ਸਬਜੈਕਟਸ ਦੀ ਤੁਹਾਡੀ ਪ੍ਰੋਪਰ ਪ੍ਰੈਕਟਿਸ ਹੋ ਜੇ। ਅਤੇ ਤੁਹਾਨੂੰ ਇਹ ਵੀ ਕਿਹਾ ਹੋਇਆ ਮੇਰਾ
ਕਿ ਕਮੈਂਟ ਬਾਕਸ ਦੇ ਅੰਦਰ ਤੁਸੀਂ ਕੀ ਕਰ ਸਕਦੇ ਹੋ, ਕੋਈ ਵੀ ਆਪਦਾ ਸਵਾਲ ਜਾਂ ਕੋਈ ਵੀ ਆਪਦਾ ਟੌਪਿਕ ਛੱਡ ਸਕਦੇ ਹੋ ਕਿ ਸਰ ਇਹ ਵਾਲਾ ਟੌਪਿਕ ਅਗਲੀ ਵਾਰ ਕਰਵਾ ਦੋਗੇ ਜੀ, ਇਹ ਸਾਡਾ ਵੀਕ ਹੈ, ਇਹ ਸਰ ਸਾਨੂੰ ਕਈ ਵਾਰ ਕੁਐਸਚਨ ਗਲਤ ਹੋਏ ਹੋਏ ਨੇ, ਉਹ ਵੀ ਕਰਵਾ ਦਾਂਗੇ। ਔਨ ਡਿਮਾਂਡ ਆ ਸਾਰਾ ਕੰਮ। ਤਾਂ ਆਪਣੇ ਕੋਲ ਜੀ ਜਿਹੜੀ ਸੈਮੀ ਕੰਡਕਟਰ ਮੈਮਰੀ ਹੈ, ਜਿਵੇਂ ਆਪਾਂ ਕਹਿੰਦੇ ਈਡੀ ਸੈਕ ਬਣਾਇਆ ਸੀ, ਤੇ ਜਿਹੜੇ ਫਸਟ ਫੀਮੇਲ ਪ੍ਰੋਗਰਾਮਰ ਸੀਗੇ ਉਹਨਾਂ ਦਾ ਨਾਂ ਸੀ ਜੀ ਐਡਾ ਲਵਲੇਸ। ਇਹਨਾਂ ਦਾ ਨਾਂ ਵੀ ਬਹੁਤ ਮਸ਼ਹੂਰ ਹੈ ਜੀ, ਐਡਾ ਲਵਲੇਸ, ADALOVLAC, ਐਡਾ ਲਵਲੇਸ। ਇਹ ਇਹਨਾਂ ਦੇ ਜਿਹੜੇ ਗਾਈਡ ਸੀਗੇ ਐ ਕਹਿ ਲਓ, ਇਹ ਚਲੋ ਉੱਪਰ ਨੀਚੇ ਦਾ ਕੋਈ ਹਿਸਾਬ ਕਿਤਾਬ ਨਹੀਂ ਕਿ ਜੀ ਉਹਨਾਂ ਦੇ ਔਨਵਰਡ ਕੰਮ ਕਰਦੇ ਸੀ ਜਾਂ ਡਾਊਨ ਲਾਈਨ 'ਚ ਕੰਮ ਕਰਦੇ ਸੀ। ਐਡਾ ਲਵਲੇਸ ਜਿਹੜੇ ਇਹਨਾਂ ਦੇ ਜਿਹੜੇ ਗਾਈਡ ਸੀ ਉਹ ਚਾਰਲਸ ਬੈਬੇਜ ਸੀ, ਜਿਨ੍ਹਾਂ ਨੇ 1962 ਦੇ ਵਿੱਚ ਜਿਹੜਾ ਸੁਪਰ ਕੰਪਿਊਟਰ ਬਣਿਆ ਜੀ ਐਟਲਸ ਸੁਪਰ ਕੰਪਿਊਟਰ ਬਣਿਆ ਬ੍ਰਿਟੇਨ ਦਾ, ਉਹਦੇ ਵਿੱਚ ਵੀ ਹੈਲਪ ਕੀਤੀ ਸੀ। ਖੁਦ ਵੀ ਮੈਥਮੈਟੀਸ਼ੀਅਨ ਸੀਗੇ ਜੀ, ਤੇ ਬ੍ਰਿਟੇਨ ਨਾਲ ਸੰਬੰਧ ਰੱਖਦੇ ਚਾਰਲਸ ਬੈਬੇਜ, ਜਿਨ੍ਹਾਂ ਨੂੰ ਆਪਾਂ ਫਾਦਰ ਆਫ ਕੰਪਿਊਟਰ ਕਹਿੰਦੇ ਆ। ਤੇ ਇਹੀ ਆਪਾਂ ਨੂੰ ਪਹਿਲੇ ਫਾਦਰ ਆਫ ਕੰਪਿਊਟਰ ਕਿਤਾਬਾਂ ਦੇ ਵਿੱਚ ਪੜ੍ਹਾਏ ਗਏ। ਉਸ ਤੋਂ ਬਾਅਦ ਸ਼ਾਇਦ ਆਪਾਂ ਭੁੱਲ ਗਏ ਕਿ ਬਾਕੀ ਵੀ ਫਾਦਰ ਨੇ। ਜਿਵੇਂ ਐਡਾ ਲਵਲੇਸ ਨੂੰ ਆਪਾਂ ਕਿਹਾ, ਠੀਕ ਹੈ ਜੀ, ਫਸਟ ਫੀਮੇਲ ਪ੍ਰੋਗਰਾਮਰ ਨੇ। ਐਲਨ ਟਿਊਰਿੰਗ ਦਾ ਨਾਮ ਮਸ਼ਹੂਰ ਹੈ ਜੀ, ਜੌਨ ਮਕਾਰਥੀ ਦਾ ਨਾਮ ਮਸ਼ਹੂਰ ਹੈ ਜੀ, ਕ੍ਰਿਸਟੋਫਰ ਦਾ ਨਾਮ ਮਸ਼ਹੂਰ ਹੈ ਜੀ। ਐਲਨ ਟਿਊਰਿੰਗ ਦੇ ਨਾਲ ਜੌਨ ਵੈਨ ਨਿਊਮੈਨ ਦਾ ਨਾਮ ਮਸ਼ਹੂਰ ਹੈ, ਬਲੇਜ਼ ਪਾਸਕਲ, ਨਿਕਲਸ ਰੁਥ। ਆਪਣੀ ਜਿੰਨੀਆਂ ਵੀ ਕਲਾਸਾਂ ਹੋਣਗੀਆਂ, ਮੈਂ ਤੁਹਾਨੂੰ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਹੋਣਗੀਆਂ ਉਹਨਾਂ ਦੇ ਬਾਰੇ ਵੀ ਆਪਾਂ ਅਲੱਗ-ਅਲੱਗ ਤੋਂ ਡਿਸਕਸ ਕਰਾਂਗੇ। ਜਿਵੇਂ ਗੈਰੀ ਸਟਾਰਕ ਵੈਦਰ ਸੀ ਜੀ, ਉਹ ਆਪਾਂ ਡਿਸਕਸ ਕੀਤਾ ਪਹਿਲੀ ਕਲਾਸ ਦੇ ਅੰਦਰ। ਉਹਨਾਂ ਨੇ ਲੇਜ਼ਰ ਪ੍ਰਿੰਟਿੰਗ ਦੇ ਅੰਦਰ ਵਿੱਚ ਬਹੁਤ ਕੰਮ ਦਿੱਤਾ। ਚਾਰਲਸ ਨੇ, ਉਹਨਾਂ ਨੇ ਪ੍ਰਿੰਟਿੰਗ ਦਾ ਯੁੱਗ ਹੀ ਚੇਂਜ ਕਰਤਾ ਮੈਸੋਪੋਟਾਮੀਆ ਦੇ ਟਾਈਮ ਦੇ ਉੱਤੇ। ਤਾਂ ਇਹ ਸਾਰੀ ਚੀਜ਼ਾਂ ਆਪਾਂ ਦੇਖਾਂਗੇ। ਨੈਕਸਟ ਜੀ, ਸੈਮੀ ਕੰਡਕਟਰ ਮੈਮਰੀ ਦੇਖ ਸਕਦੇ ਹੋ। ਤੇ ਐਗਜ਼ਾਮਪਲ ਆਪਾਂ ਨੂੰ ਐਗਜ਼ਾਮ ਦੇ ਵਿੱਚ ਇਹ ਵੀ ਪੁੱਛੀ ਜਾਂਦੇ, ਤੁਸੀਂ ਦੇਖਿਆ ਹੋਊਗਾ ਇਸ ਗੱਲ ਨਾਲ ਬਹੁਤ ਸਾਰੇ ਬੱਚੇ ਸਹਿਮਤ ਹੋਣਗੇ, ਚਾਹੇ ਉਹ ਨਵੇਂ ਬੱਚੇ ਜੁੜੇ ਨੇ ਅੱਜ ਕਲਾਸ ਦੇ ਅੰਦਰ, ਚਾਹੇ ਪਹਿਲਾਂ ਤੋਂ ਜਿਹੜੇ ਰਿਟੇਨ ਬੱਚੇ ਨੇ ਉਹ ਜੁੜੇ ਨੇ। ਵੋਲਾਟਾਈਲ ਮੈਮਰੀ ਦਾ ਵੀ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਵੋਲਾਟਾਈਲ ਮਤਲਬ ਕਿ ਜੇ ਹੁਣ ਹੀ ਲਾਈਟ ਚੱਲ ਗਈ ਇੱਥੇ ਇੰਸਟੀਚਿਊਟ 'ਚ ਵੀ ਤਾਂ ਕਿਆ ਹੋਏਗਾ, ਤਾਂ ਇਹ ਸਾਰਾ ਖਤਮ ਹੋ ਜਾਏਗਾ ਜਿਹੜਾ ਲਿਖਿਆ ਹੋਇਆ। ਬਾਕੀ ਜਿਹੜਾ ਡਾਟਾ ਹੈਗਾ ਉਹ ਸਿਰਫ ਇਹਦੇ ਵਿੱਚ ਸੇਵ ਰਹੇਗਾ। ਨੌਨ ਵੋਲਾਟਾਈਲ ਮੀਨਸ ਆਪਣੇ ਕੋਲ ਜਿਹੜੀ ਅਦਰ ਮੈਮਰੀਜ਼ ਹੈ, ਰੈਂਡਮ ਅਸੈਸ ਮੈਮਰੀ ਤੋਂ ਜਿਹੜਾ ਅਲੱਗ ਮੈਮਰੀ ਆ, ਰੀਡ ਓਨਲੀ ਮੈਮਰੀ ਜਾਂ ਫਲੈਸ਼ ਮੈਮਰੀ, ਇਹ ਸਾਰੇ ਮੈਮਰੀਜ਼ ਕੀ ਹੋ ਗਈਆਂ, ਲਾਈਟ ਹੈਗੀ ਹੈ ਜਾਂ ਨਹੀਂ ਹੈਗੀ, ਆਪਣੇ ਕੋਲ ਇਹ ਪ੍ਰੈਜ਼ੈਂਟ ਰਹਿਣਗੀਆਂ ਜੀ। 7th ਜੀ, 7ਵਾਂ ਸਵਾਲ ਨੰਬਰ ਅੱਗੇ ਪਿੱਛੇ ਹੋ ਸਕਦਾ, ਠੀਕ ਹੈ ਜੀ। The name for Center Development of Advanced Computing CDEC Generation High Performance Scalable Computer Cluster Breaking to Barrier of Computer Power of 1 teraflop is, ਵੈਸੇ ਪੀ ਫਲੋਪ ਕਹਿੰਦੇ ਹਨ, ਪੈਟਾ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਪੀ ਫਲੋਪਸ ਦੇ ਅੰਦਰ ਸੁਪਰ ਕੰਪਿਊਟਰ ਦੀ ਸਪੀਡ ਮੈਜ਼ਰ ਕੀਤੀ ਜਾਂਦੀ ਹੈ। CDEC ਦੇ ਅੰਦਰ ਜੋ ਬਣਿਆ ਗਿਆ ਆਪਣੇ ਕੋਲ ਆਪਣਾ ਜਿਹੜਾ ਸੁਪਰ ਕੰਪਿਊਟਰ ਹੈ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਪਰਮ ਨੂੰ ਪੂਰਾ ਪੈਰਲਲ ਮਸ਼ੀਨਸ ਤੋਂ ਹੀ ਆਪਾਂ ਇਹਦਾ ਕੀ ਬਣਾ ਲਿਆ ਜੀ, ਨਾਮ ਬਣਾ ਲਿਆ। ਇਹ ਇੱਕ ਸੀਰੀਜ਼ ਆਪਣੇ ਇੰਡੀਆ ਦੀ ਜੋ CDEC ਪੂਨੇ ਦੇ ਅੰਦਰ ਬਣੀ ਹੈ। ਜਿਵੇਂ ਪਰਮ ਯੂਵਾ 2 ਵੈਦਰ ਫੋਰਕਾਸਟਿੰਗ ਦੇ ਲਈ ਬਣਿਆ, ਉਹਦੀ ਇਮੇਜਸ ਵੀ ਹੈਗੀਆਂ ਬਹੁਤ ਸਾਰੇ। ਜਿਵੇਂ ਆਪਾਂ ਚੰਦਰਯਾਨ 3 ਦੀ ਲਾਂਚਿੰਗ ਕਰ ਰਹੇ ਹਾਂ ਤੇ ਨਾਲ ਸੌਫਟ ਲੈਂਡਿੰਗ ਹੋ ਰਹੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਹੀ ਸੁਪਰ ਕੰਪਿਊਟਰ ਦੇ ਤਹਿਤ ਔਰ ਬਹੁਤ ਸਾਰੇ ਜਿਹੜੇ ਟੈਕਨੋਲੋਜੀਜ਼ ਹੈ ਉਹਦੇ ਨਾਲ ਚੱਲ ਰਿਹਾ। ਤੇ ਜਿਹੜਾ ਮੈਂ ਤੁਹਾਨੂੰ ਪੀ ਫਲੋਪਸ ਦੀ ਗੱਲ ਕਰ ਰਿਹਾ ਸੀ, ਇਹ ਇਹਦੀ ਸਪੀਡ ਮੈਜ਼ਰ ਕਰਨ ਦਾ ਤਰੀਕਾ। ਅੱਗੇ ਵੀ ਕੁਝ ਸਵਾਲ ਆਪਾਂ ਦੇਖਾਂਗੇ। ਜਿਵੇਂ ਇਹ ਵੀ ਸੁਪਰ ਕੰਪਿਊਟਰ ਦੀ ਕੈਟੇਗਰੀ 'ਚ ਹੈ ਜੀ। ਪਰਮ ਸੁਪਰ ਕੰਪਿਊਟਰ ਦੀ ਇੱਕ ਸੀਰੀਜ਼ ਹੈ। ਉਤਕਰਸ਼ ਜਿਵੇਂ ਆ ਗਿਆ, ਪਰਮ ਯੂਵਾ 2 ਵੈਦਰ ਫੋਰਕਾਸਟਿੰਗ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਪਰਮ ਸ਼ਾਵਕ ਆ ਗਿਆ ਜੀ, CDEC ਹੈ ਨਾ, ਮੋਹਾਲੀ ਦੇ ਵਿੱਚ ਵੀ ਹੈਗਾ, ਪੂਨੇ ਦੇ ਅੰਦਰ ਵੀ। ਪਰ ਪਹਿਲਾਂ ਜਿਹੜਾ ਸੈਂਟਰ ਸੀ ਉਹ ਪੂਨੇ ਨੇ ਬਣਾਏ ਸਾਰੇ ਕੰਪਿਊਟਰ। ਆ ਜਿਹੜਾ ਯੂਵਾ 2 ਹੈ ਉੱਥੇ ਹੀ ਬਣਿਆ, ਸਾਰੇ ਪਲੇਸ ਉੱਥੇ ਹੀ ਹੈ ਜੀ, ਪੂਨੇ ਦੇ ਹੀ ਹੈ ਜੀ। ਪਰਮ ਸ਼ਿਵਾਏ ਆ ਗਿਆ ਜੀ, ਪਰਮ ਗੰਗਾ ਆ ਗਿਆ, ਪਰਮ ਸ਼ਾਵਕ ਆ ਗਿਆ, ਪਰਮ ਅਲ ਸਿੱਧੀ ਆ ਗਿਆ ਜੀ। ਇਹ ਸਾਰੇ ਉੱਥੋਂ ਦੇ ਹੀ ਨੇ। ਪਰਮ ਸ਼ਕਤੀ ਹੈ ਜੀ। ਤੇ ਜਿਹੜਾ ਇਸ ਟਾਈਮ ਹੈ, ਇਹ ਤਾਂ ਚਲੋ ਫਰੰਟੀਅਰ ਹੈ ਜੀ, ਪੂਰੇ ਵਰਲਡ ਲੈਵਲ 'ਤੇ ਫੇਮਸ ਹੈ ਜੀ, ਪਹਿਲੇ ਨੰਬਰ ਦਾ ਸੁਪਰ ਕੰਪਿਊਟਰ ਹੈ ਜੀ। ਜਿਹੜਾ ਆਪਣਾ ਹੁਣ ਚੱਲ ਰਿਹਾ ਜੀ, ਉਹ ਚੱਲ ਰਿਹਾ ਜੀ ਪਰਮ ਐਰਾਵਤ, 75ਵੇਂ ਨੰਬਰ 'ਤੇ ਹੈ ਜੀ। ਰੈਂਕਿੰਗ ਉੱਪਰ ਨੀਚੇ ਹੁੰਦੀ ਰਹਿੰਦੀ ਹੈ। ਪਰਮ ਐਰਾਵਤ, ਜਿਵੇਂ ਆਪਾਂ ਕਹਿੰਦੇ ਸੀ ਕਿ ਵਾਹਨ ਸੀ ਜੀ ਇੰਦਰ ਦੇਵਤਾ ਕੋਲੇ, ਤਾਂ ਉਸ ਤਰੀਕੇ ਨਾਲ ਆਪਣਾ ਜਿਹੜਾ ਨਵੀਂ ਸੀਰੀਜ਼ ਦੇ ਵਿੱਚ ਬਣਾਇਆ ਗਿਆ ਉਹ ਬਣਾਇਆ ਗਿਆ ਪਰਮ ਐਰਾਵਤ। 75 ਨੰਬਰ ਹੈ ਜੀ। ਉਹ ਵੀ ਤੁਸੀਂ ਨਾਲ ਜੇ ਇਹ ਕੁਛ ਨਾ ਰਨਿੰਗ ਨੋਟਸ ਹੁੰਦੇ ਆ, ਹੁਣ ਦੇਖੋ ਜੋ ਵੀ ਚੀਜ਼ਾਂ ਇੱਥੇ ਲਿਖੀਆਂ ਵੀ ਹੈ ਜਾਂ ਫੋਟੋਜ਼ ਹੈ, ਉਹ ਮੈਂ ਇਹਦੇ 'ਚ ਨਹੀਂ ਲਿਖਿਆ, ਉਹ ਮੈਂ ਸਿਰਫ ਤੁਹਾਨੂੰ ਪੜ੍ਹਾ ਰਿਹਾ, ਦੱਸ ਰਿਹਾ, ਐਕਸਪਲੇਨ ਕਰ ਰਿਹਾ। ਇਹ ਚੀਜ਼ਾਂ ਤੁਸੀਂ ਨਾਲ ਲਿਖ ਲੈਣੀਆਂ, ਨਹੀਂ ਤਾਂ ਫਿਰ ਇਹਨੂੰ ਬਾਅਦ ਵਿੱਚ ਪੌਜ਼ ਕਰਕੇ ਜਾਂ ਕਿਹੜਾ ਪੁਆਇੰਟ ਸਰ ਨੇ ਦੱਸਿਆ ਸੀ ਉਹਦੇ ਵਿੱਚ ਵੀ ਦੇਖ ਸਕਦੇ ਹੋ, ਬਟ ਰਨਿੰਗ ਦੇ ਅੰਦਰ ਲਿਖਣਾ ਹੈ।
ਬਟ ਮੇਰੀ ਜਿਹੜੀ ਸਪੀਡ ਹੈ ਕਲਾਸ ਦੇ ਅੰਦਰ ਇਹ ਨਹੀਂ ਹੈਗੀ ਬਾਕੀ ਦੇ ਮੁਤਾਬਕ ਕਿ ਬਹੁਤ ਜ਼ਿਆਦਾ ਤੇਜ਼ ਨਾਲ, ਕਿਉਂਕਿ ਬਹੁਤ ਜ਼ਿਆਦਾ ਤੇਜ਼ੀ ਨਾਲ, ਬਹੁਤ ਜ਼ਿਆਦਾ ਇੰਪਰੈਸ ਨਾਲ ਕੋਈ ਫਰਕ ਨਹੀਂ ਹੁੰਦਾ ਜੀ। ਆਪਾਂ ਸਿਰਫ ਇੱਥੇ ਕੀ ਆਏ, ਤੁਹਾਡਾ ਪੇਪਰ ਕਲੀਅਰ ਕਰਾਉਣਾ ਹੈ। ਤੇ ਇਹ ਵੀ ਵਾਅਦਾ ਵੀ ਹੈ ਜੀ, ਜਿਹੜੇ ਕੁਐਸਚਨ ਕਰਾਏ ਗਏ ਆ ਇਹ ਤੁਹਾਨੂੰ ਡੈਫੀਨਿਟਲੀ ਐਗਜ਼ਾਮ ਦੇ ਅੰਦਰ ਮਿਲਣਗੇ। ਇਸ ਤਰ੍ਹਾਂ ਦੇ ਅੱਗੇ ਖੱਬੇ ਸੱਜੇ ਤੁਹਾਨੂੰ ਬਿਲਕੁਲ ਮਿਲਣਗੇ, ਤਾਂ ਤੁਸੀਂ ਉਹਨੂੰ ਆਪਸ਼ਨਾਂ ਨੂੰ ਓਮਿਸ਼ਨ ਆਊਟ ਕਰ ਸਕਦੇ ਹੋ, ਕੱਟ ਕਰ ਸਕਦੇ ਹੋ, ਤੇ ਕੱਟ ਕਰਕੇ ਆਪਦਾ ਆਨਸਰ ਸਹੀ ਚੂਜ਼ ਕਰਕੇ ਆਓਗੇ, ਇਹਨਾਂ ਤੁਹਾਨੂੰ ਪ੍ਰੋਮਿਸ ਹੈ। ਤੇ ਜੀ ਆਪਾਂ ਜਿਵੇਂ ਐਗਜ਼ਾਫਲੌਪਸ ਹੈ, 1 ਸੈਕਿੰਡ ਹੈ, 7 ਪੈਟਾਬਾਈਟਸ ਹੈ, ਇਹ USA ਦਾ ਜੀ ਜਿਹੜਾ ਬਣਿਆ ਹੋਇਆ। ਅਲੱਗ-ਅਲੱਗ ਸੀਰੀਜ਼, ਸੁਮਿਤ ਵੀ ਜਿਹੜਾ ਸਮਿਟ ਕਹਿ ਲਓ, ਸੁਮਿਤ ਕਹਿ ਲਓ, IBM ਕੰਪਨੀ ਦਾ, ਪਲਮਟਰ ਵੀ ਹੈ, ਸਨਵੇ ਤਾਈਊ ਵੀ ਹੈ, ਸਨਵੇ ਤਾਈਨੇ ਵੀ ਹੈ ਜਿਹੜਾ ਚਾਈਨਾ ਨੇ ਬਣਾਇਆ ਸੀਗਾ। ਫਰੰਟੀਅਰ ਤੋਂ ਪਹਿਲਾਂ ਜੀ ਜਿਹੜਾ ਸੁਪਰ ਕੰਪਿਊਟਰ ਫਾਸਟੈਸਟ ਸੀ ਉਹ ਫੁਗਾਕੂ ਸੀ ਜੀ ਜਾਪਾਨ ਦਾ। ਉਸ ਤੋਂ ਬਾਅਦ ਸੁਮੇ ਸਾਰੇ IBM ਕੰਪਨੀ ਦੇ ਅੰਦਰ ਸਨਵੇ ਤਾਈਊ ਲਾਈਟ ਹੈ, ਤਾਈਨੇ ਵੀ ਹੈਗਾ, ਇਹ ਜਿਹੜਾ ਆ ਗਿਆ ਜੀ ਤਾਈਨੇ। ਠੀਕ ਹੈ ਜੀ। ਇਸ ਦਾ ਸਾਰਾ ਜਿਹੜਾ ਡੇਟਾ ਹੈ ਜਾਂ ਸਟੈਟਸ ਆ ਉਹ ਅਲੱਗ-ਅਲੱਗ ਪੋਰਟਲਸ ਤੋਂ, ਆਰਟੀਕਲਸ ਤੋਂ ਲਿੱਤਾ ਹੋਇਆ। ਜੋ ਵੀ ਆਪਾਂ ਤੁਹਾਡੇ ਨਾਲ ਸਟੱਡੀ ਕਰਦੇ ਹਾਂ ਉਹ ਸਾਰਾ ਦਾ ਸਾਰਾ ਰਿਸਰਚ ਪੇਪਰ ਦਾ ਡੇਟਾ ਹੁੰਦਾ, ਵਿਕੀਪੀਡੀਆ ਦਾ ਕੋਈ ਡੇਟਾ ਨਹੀਂ ਹੁੰਦਾ, ਕਿਉਂਕਿ ਉੱਥੇ ਵੀ ਸਾਰੇ ਚੀਜ਼ਾਂ ਕੀ ਹੈ ਜੀ ਅੱਗੇ ਪਿੱਛੇ ਹੋ ਸਕਦੇ ਆ, ਐਡੀਟਿੰਗ ਹੋ ਸਕਦੀ ਆ। ਫਲॉप ਦੀ ਫੁੱਲ ਫਾਰਮ ਲਿਖੀ ਹੋਈ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ, ਦੈਟ ਮੀਨਸ ਨੰਬਰ ਆਫ ਬੇਸਿਕਲ ਮੈਥਮੈਟਿਕਲ ਆਪਰੇਸ਼ਨ ਆਫ ਕੰਪਿਊਟਰ ਕੈਨ ਪਰਫਾਰਮ ਇਨ ਏ ਸੈਕਿੰਡ। ਮੀਨਸ ਇਹ ਜਿਹੜਾ ਡੇਟਾ, ਜਿਹੜੀ ਸਪੀਡ ਆ ਸੁਪਰ ਕੰਪਿਊਟਰ ਦੀ, ਉਹ ਮੈਜ਼ਰ ਕੀਤੀ ਜਾਂਦੀ ਹੈ ਫਲॉप्स ਦੇ ਅੰਦਰ। ਇਹ ਪੈਟਾ ਕਹਿ ਲਓ, ਐਗਜ਼ਾ ਕਹਿ ਲਓ, ਜਿਵੇਂ ਉਹ ਪਿੱਛੇ ਸਪੀਡ ਦੇ ਧਿਆਨ ਨਾਲ ਦੇਖੋ, ਇਹਦੇ ਵਿੱਚ ਲਿਖਿਆ ਹੋਇਆ ਸੀਗਾ ਐਗਜ਼ਾਫਲॉप्स। ਇਹ ਸਾਰੀ ਉਹੀ ਹੈ, ਪੈਟਾ ਐਗਜ਼ਾ ਟੇਬਲ ਆ ਗਿਆ ਜੀ ਯਾਦ। ਉਹ ਦੇਖੋ ਸਾਰੇ ਕਿਤੇ ਕੰਮ ਆਣਾ ਜੀ ਆਪਾਂ ਨੂੰ। ਇਹ ਆ ਜਿਹੜਾ ਯੂਨਿਟ ਹੈ PEXY, ਇਹ ਸਾਰਾ ਉੱਥੇ ਹੀ ਕੰਮ ਆਏਗਾ ਆਪਾਂ ਨੂੰ। P ਫਲॉप्स, T ਫਲॉप्स, ਉਸ ਤਰੀਕੇ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ। ਆਪਣਾ ਕੋਈ ਵੀ ਡਿਵਾਈਸ ਜਾਂ ਕੋਈ ਵੀ ਨੰਬਰ ਆਫ ਆਪਣੇ ਕੋਲ ਆ, ਇੱਥੇ ਟੈਰਾਫਲॉप्स ਆ ਗਿਆ ਜੀ। ਕੋਈ ਵੀ ਸਪੀਡ ਆਪਾਂ ਉਸ ਤਰੀਕੇ ਨਾਲ ਕਨਵਰਜ਼ਨ ਕਰ ਸਕਦੇ ਹਾਂ। ਪਰ ਜਿਹੜਾ ਹੁਣ ਦੇ ਟਾਈਮ ਦੇ ਵਿੱਚ ਹੈ, ਮੰਨ ਲਓ ਅੱਜ ਦੀ ਕਲਾਸ ਦੇ ਹਿਸਾਬ ਨਾਲ ਹੈ ਜੀ, ਉਹ ਹੈ ਜੀ ਫਰੰਟੀਅਰ, ਜਿਹਦੀ ਫੋਟੋ ਤੁਹਾਨੂੰ ਮੈਂ ਪਿੱਛੇ ਦਿਖਾਈ ਹੈ। ਆਹ ਜੀ ਪੂਰੇ ਵਰਲਡ ਲੈਵਲ ਦਾ ਅਗਰ ਮੈਪ ਦੇ ਹਿਸਾਬ ਨਾਲ ਆਪਾਂ ਗੱਲ ਕੀਤੀ ਜਾਵੇ ਕਿ ਕਿਹੜੀ ਚੀਜ਼ ਕਿੱਥੇ ਰਿਪਰੈਜ਼ੈਂਟ ਕਰ ਰਹੀ ਹੈ, ਉਵੇਂ ਜਾਪਾਨ ਦਾ ਇੱਕ ਹੈ, ਤਾਈਨੇ 2 ਦੱਸਿਆ ਤੁਹਾਨੂੰ, ਫਿਰ ਸਪੇਨ ਦਾ ਦੱਸਿਆ ਜੀ, ਇਟਲੀ ਦਾ, ਜਰਮਨੀ ਦਾ, ਯੂਨਾਈਟਿਡ ਸਟੇਟਸ ਦਾ, ਇਹ ਸਾਰੇ ਉਸ ਤਰੀਕੇ ਨਾਲ ਬਣੇ ਹੋਏ ਆ। ਜਿਵੇਂ ਅਮਰੀਕਨ ਦਾ, ਏਸ਼ੀਆ ਦਾ, ਯੂਰਪ ਦਾ, ਉਸ ਤਰੀਕੇ ਦੀ ਨੰਬਰਿੰਗ ਹੈ। ਤੇ ਜਿਹੜੀ ਇਹ PDF ਹੈ ਸਾਡੇ ਗਰੁੱਪ ਦੇ ਅੰਦਰ ਜਿਹੜਾ ਦਿੱਤਾ ਹੋਇਆ ਉਹਦੇ ਵਿੱਚ ਵੀ ਮਿਲੇਗੀ। ਜਿੱਥੇ ਇਹ ਫਾਈਲ ਤੁਹਾਡੇ ਨਾਲ ਚੱਲਣੀ ਹੈ ਉਹਦੇ ਨਾਲ ਵੀ ਇਹ ਮੇਲ ਕੀਤੀ ਜਾਏਗੀ। ਬਟ ਇਹ ਮੇਲ ਕਦੋਂ ਕੀਤੀ ਜਾਊਗੀ? ਕਲਾਸ ਕੰਪਲੀਟ ਹੋਣ ਤੋਂ ਬਾਅਦ ਇਹ ਤੁਹਾਨੂੰ ਮਿਲ ਜਾਏਗੀ ਜੀ। ਅੱਜ normally these days 8th ਜੀ, I think so 8th ਜਾਂ 9th, normally these computers are used in banking, airlines, ਰੇਲਵੇ ਦੇ ਅੰਦਰ ਯੂਜ਼ ਕੀਤੇ ਜਾਂਦੇ ਆ। ਮੋਰ ਦੈਨ 1000 ਵਰਕ ਸਟੇਸ਼ਨ ਸਾਈਮਲਟੇਨੀਅਸਲੀ ਡੇਟਾ ਨੂੰ ਪ੍ਰੋਸੈਸ ਕਰਦੇ ਆ। ਆਪਾਂ ਕਹਿਤਾ ਜੀ ਕਿ LIC ਦੇ ਮੈਸੇਜ ਆ ਗਏ ਜੀ, ਬੈਂਕਿੰਗ ਦੇ ਮੈਸੇਜ ਆ ਗਏ, ਮੋਬਾਈਲ ਇੰਡਸਟਰੀ ਤੋਂ ਮੈਸੇਜ ਆ ਗਿਆ, ਟਿਕਟਿੰਗ ਦੇ ਮੈਸੇਜ ਆ ਗਏ। ਤਾਂ ਉਹਦੇ ਵਿੱਚ ਕਿਹੜਾ ਕੰਪਿਊਟਰ ਹੈ? ਜੇ ਸੁਪਰ ਕੰਪਿਊਟਰ ਤੋਂ ਮੰਨ ਲਓ ਸਵਾਲ ਨਹੀਂ ਪੁੱਛਿਆ ਐਗਜ਼ਾਮੀਨਰ ਨੇ, ਜਾਂ ਪਿੱਛੇ ਜਿੰਨੇ ਸਵਾਲ ਕੀਤੇ ਉਹ ਨਹੀਂ ਪੁੱਛੇ, ਤਾਂ ਇਸ ਤਰੀਕੇ ਦੀ ਕੈਟੇਗਰੀ ਦਾ ਸਵਾਲ ਤੁਹਾਨੂੰ ਐਗਜ਼ਾਮ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ। ਜਿਵੇਂ ਕਿ MS ਆਫਿਸ ਦੇ ਸ਼ਾਰਟਕਟ ਹੈ, ਉਹ ਟ੍ਰੈਂਡ ਦੇ ਵਿੱਚ ਨੇ, ਉਹ ਬਿਲਕੁਲ ਕਰਾਵਾਂਗੇ ਜੀ। ਤਾਂ ਉਵੇਂ ਵੀ ਕੁਝ ਸਵਾਲ, ਕੁਝ ਟੌਪਿਕ ਟ੍ਰੈਂਡ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਜ਼ਰੂਰ ਕਰਨਾ ਹੁੰਦਾ ਹੈ। ਤਾਂ ਇਹਦਾ ਆਨਸਰ ਦੇਖੋ ਜੀ ਕੀ ਹੈ। ਸੈਲਫ ਅਸੈਸਮੈਂਟ ਸ਼ੀਟ ਦੇ ਵਿੱਚ ਵੀ ਆਪਾਂ ਇਹਦਾ ਆਨਸਰ ਲਾ ਸਕਦੇ ਹਾਂ। ਤਾਂ ਇਹਦੇ ਵਿੱਚ ਜਿਹੜਾ ਹੈਗਾ ਆਪਣੇ ਕੋਲ ਮੇਨ ਫਰੇਮ ਜਿਹੜੇ ਕੰਪਿਊਟਰ ਆ ਉਹ ਕੰਮ ਆਉਂਦੇ ਨੇ। ਤਾਂ ਮੈਂ ਤੁਹਾਨੂੰ ਦੱਸਿਆ ਜੀ ਕਿ ਜੇ ਪਿਛਲੇ ਸਵਾਲਾਂ ਦੇ ਵਿੱਚੋਂ ਐਗਜ਼ਾਮੀਨਰ ਨੇ ਨਹੀਂ ਚੂਜ਼ ਕੀਤਾ, ਜਾਂ ਤੁਹਾਨੂੰ ਫਿਰ ਉਹ ਮੇਨ ਫਰੇਮ ਦੀ ਪ੍ਰੋਪਰਟੀ 'ਚੋਂ ਪੁੱਛੇਗਾ, ਮਿਨੀ ਕੰਪਿਊਟਰ ਦੀ ਪ੍ਰੋਪਰਟੀ 'ਚੋਂ ਪੁੱਛੇਗਾ, ਜਾਂ ਫਿਰ ਮਾਈਕਰੋ ਕੰਪਿਊਟਰ ਦੀ ਪ੍ਰੋਪਰਟੀ 'ਚੋਂ ਪੁੱਛੇਗਾ। ਸੁਪਰ ਕੰਪਿਊਟਰ ਵਾਲਾ ਹੁਣੀ ਆਪਾਂ ਜਿਹੜਾ ਡਿਸਕਸ ਕਰਕੇ ਆਏ ਹਾਂ ਟੌਪਿਕ। ਹਾਂਜੀ, ਵਿਚ ਵਨ ਆਫ ਦੀ ਫੋਲੋਇੰਗ ਯੂਜ਼ਡ ਫॉर ਦੀ ਮੈਨੂਫੈਕਚਰਿੰਗ ਚਿਪਸ, ਕਿ ਚਿਪਸ ਵਾਸਤੇ ਕਿਹੜਾ ਯੂਜ਼ ਕੀਤਾ ਜਾਣਾ। ਚਿਪਸ ਦਾ ਪੂਰਾ ਡੇਟਾ ਵੀ ਤੁਹਾਨੂੰ ਮੈਂ ਦਿਖਾਵਾਂਗਾ। ਤਾਈਵਾਨ ਦਾ ਜਿਵੇਂ ਨੰਬਰ ਹੈ, ਜੇ ਹੁਣ ਕਰੰਟ ਅਫੇਅਰ ਦੇ ਹਿਸਾਬ ਨਾਲ ਚੱਲਿਆ ਜਾਵੇ, ਆਪਾਂ ਜਿਵੇਂ ਸੈਮੀਕੌਮ ਦੀ ਗੱਲ ਕੀਤੀ, ਵੇਦਾਂਤਾ ਦੀ ਗੱਲ ਕੀਤੀ, ਤੁਸੀਂ ਨਿਊਜ਼ਪੇਪਰ ਦੇ ਅੰਦਰ ਵੀ ਪੜ੍ਹਿਆ ਹੋਵੇਗਾ, ਕਰੰਟ ਅਫੇਅਰ ਦੇ ਅੰਦਰ ਵੀ ਦੇਖਿਆ ਹੋਵੇਗਾ ਕਿ ਜੋ ਪ੍ਰੋਪਰ ਟਾਈ ਅਪ ਹੋ ਜਾਂਦਾ ਹੈ ਤਾਂ ਇੰਡੀਆ ਬਹੁਤ ਵੱਡੀ ਪਾਵਰ ਬਣ ਜਾਏਗਾ। ਬਹੁਤ ਵਧੀਆ ਤਰੀਕੇ ਨਾਲ ਸੈਮੀਕੰਡਕਟਰ ਚਿਪਸ ਆਪਣੇ ਇੰਡੀਆ ਦੇ ਵਿੱਚ ਹੀ ਰੈਡੀ ਹੋਣੀਆਂ ਸ਼ੁਰੂ ਹੋ ਜਾਣਗੀਆਂ ਬਹੁਤ ਵੱਡੇ ਪੱਧਰ 'ਤੇ। ਤਾਈਵਾਨ ਦਾ ਵੀ ਬਹੁਤ ਵੱਡਾ ਹਿੱਸਾ ਹੈ ਚਿਪਸ ਨੂੰ ਬਣਾਉਣ ਦੇ ਅੰਦਰ। ਇਸੇ ਕਰਕੇ ਵੀ ਚਾਈਨਾ ਥੋੜ੍ਹਾ ਜਿਹਾ ਚੱਲਦਾ ਕਿ ਤਾਈਵਾਨ ਜੇ ਉਸ ਚੀਜ਼ ਨੂੰ ਮੰਨ ਲਵੇ, ਸਾਡੇ ਹੇਠ ਆ ਜਾਵੇ, ਤਾਂ ਬਹੁਤ ਵੱਡੀ ਜਿਹੜੀ ਮੋਨੋਪਲੀ ਹੋ ਜਾਏਗੀ। ਉਸ ਦੇ ਨਾਲ ਨਾਲ ਇੱਕ ਇੰਡਸਟਰੀ ਦੇ ਉੱਪਰ ਵੀ ਦਬਦਬਾ ਕਾਇਮ ਰਹੇਗਾ। ਤਾਂ ਆਪਣੇ ਕੋਲ ਜਿਹੜਾ ਹੈਗਾ ਜੀ, ਜਿਹੜਾ ਆਪਾਂ ਗੱਲ ਕੀਤੀ ਸੈਮੀ ਕੰਡਕਟਰ ਜਿਹੜੀ ਮੈਮਰੀ ਹੈ, ਜਿਹੜਾ ਚਿਪਸ ਹੈ, ਉਹਨੂੰ ਯੂਜ਼ ਕੀਤਾ ਜਾਂਦਾ ਹੈ। ਇਹੀ ਮੈਂ ਤੁਹਾਨੂੰ ਦੱਸ ਰਿਹਾ ਜੀ। ਤਾਈਵਾਨ ਇਜ਼ ਦੀ ਆਈਡੀਅਲ ਪਾਰਟਨਰ ਆਫ ਕੈਨੇਡਾ ਇਨ ਦੀ ਸੈਮੀ ਕੰਡਕਟਰ
ਸੈਕਟਰ ਤਾਂ ਆਪਣੇ ਬਹੁਤ ਜ਼ਿਆਦਾ ਰਿਲੇਸ਼ਨ ਤਾਂ ਨਹੀਂ ਹੈਗੇ, ਨੋਰਮਲ ਜੇ ਹੈ ਤਾਂ ਉਸ ਤਰੀਕੇ ਨਾਲ ਹੀ ਆਪਾਂ ਜਿਵੇਂ ਆ ਕੁਆਲਕॉम ਹੈ, ਮਾਈਕਰੋਨ ਹੈ, ਇਹ ਸਾਰੀਆਂ ਕੰਪਨੀਜ਼ ਹੈ ਜਿਹੜੀਆਂ ਕਿ ਆਪਣੀਆਂ ਸੈਮੀ ਕੰਡਕਟਰ ਚਿਪਸ ਬਣਾਉਂਦੀਆਂ। ਤਾਂ ਹੋਰ ਵੀ ਅਲੱਗ-ਅਲੱਗ ਤਰੀਕੇ ਨਾਲ ਬਾਈਡੂ ਹੈ, ਇਹ ਵੀ ਬਣਾਉਂਦੀ ਹੈ, ਪਰ ਜਿਵੇਂ ਆਪਣੇ ਇੱਥੇ ਗੂਗਲ ਯੂਜ਼ ਕੀਤਾ ਜਾਂਦਾ ਹੈ ਉਵੇਂ ਚਾਈਨਾ ਦੇ ਅੰਦਰ ਬਾਈਡੂ ਯੂਜ਼ ਕੀਤਾ ਜਾਂਦਾ ਐਜ਼ ਏ ਸਰਚ ਇੰਜਨ। ਇਹ ਵੀ ਤੁਸੀਂ ਨਾਲ ਲਿਖ ਸਕਦੇ ਹੋ। ਸਰਚ ਇੰਜਨ ਜਿਵੇਂ ਆਪਾਂ ਗੂਗਲ ਕਰਦੇ ਹਾਂ, ਉਹ ਉੱਥੇ ਕੀ ਕਰਦੇ ਆ, ਬਾਈਡੂ ਦੇ ਉੱਪਰ ਕਲਿੱਕ ਕਰਦੇ ਆ, ਉਹਨਾਂ ਦਾ ਆਪਦਾ ਹੈ। ਜਿਵੇਂ ਕੁਆਲਕॉम ਆ ਗਿਆ ਜੀ, ਇਹ ਸਾਰੇ ਸੈਮੀ ਕੰਡਕਟਰ ਬਣਾਉਂਦੇ ਨੇ। ਆ ਸ਼ੇਅਰ ਦੇਖ ਸਕਦੇ ਹੋ ਮਾਰਕੀਟ ਦਾ ਜੀ ਤੁਸੀਂ, ਜਿਹੜਾ 36% ਹੈ US ਦਾ ਜੀ, ਤਾਈਵਾਨ ਦਾ 30% ਸ਼ੇਅਰ ਹੈ ਜੀ, ਉਸ ਦਾ ਸਾਊਥ ਕੋਰੀਆ, ਜਾਪਾਨ, ਚਾਈਨਾ, ਪਲੱਸ ਮਾਈਨਸ ਹੋ ਸਕਦਾ ਜੀ 1-2% ਉੱਪਰ ਨੀਚੇ। ਤਾਂ ਜੋ ਵੀ ਚੀਜ਼ਾਂ ਨੇ ਇੱਥੋਂ ਵੀ ਤੁਸੀਂ ਆਪ, ਬਲੂਮਬਰਗ ਦਾ ਡੇਟਾ ਵੈਸੇ ਇਹ। ਨਾਓ ਜੀ, ਵਿਚ ਵਨ ਆਫ ਦੀ ਮੋਸਟ ਪਾਵਰਫੁਲ ਕੰਪਿਊਟਰ, ਹੁਣੀ ਆਪਾਂ ਕਰਕੇ ਆਏ ਹਾਂ ਜੀ। ਤਾਂ ਆਪਣੇ ਕੋਲ ਜਿਹੜਾ ਪਾਵਰਫੁਲ ਕੀ ਹੈ ਜੀ, ਸੁਪਰ ਕੰਪਿਊਟਰ ਪਾਵਰਫੁਲ ਹੈ। ਹਾਂਜੀ ਜੀ, ਅੱਜ ਦਾ ਅਗਲਾ ਸਵਾਲ ਜੀ, ਇਹ ਤੁਹਾਡੇ ਲਈ, ਘਰ ਦੇ ਲਈ ਹੈ। ਇਨ ਵਿਚ ਆਫ ਦੀ ਫੋਲੋਇੰਗ ਲੈਂਗੁਏਜ ਸੋਰਸ ਪ੍ਰੋਗਰਾਮ ਇਜ਼ ਰਿਟਨ। ਇਹ ਉਹ ਸਵਾਲ ਹੈ ਜੀ ਜਿਹੜਾ ਤੁਸੀਂ ਕੀ ਕਰਨਾ ਹੈ ਜੀ, ਜਦੋਂ ਇਹ ਕਲਾਸ ਖਤਮ ਹੋ ਗਈ, ਕਲਾਸ ਦੇ ਅੰਦਰ ਕੀ ਹੈ ਜੀ, ਨੀਚੇ ਕਮੈਂਟ ਬਾਕਸ ਦਿੱਤਾ ਹੁੰਦਾ, ਉਹਦੇ ਵਿੱਚ ਤੁਸੀਂ ਇਹਦਾ ਆਨਸਰ ਲਿਖਣਾ ਹੈ, ਜਾਂ ਨਾਲ ਤੁਸੀਂ ਕਲਾਸ ਦਾ ਰਿਵਿਊ ਵੀ ਦੱਸ ਸਕਦੇ ਆ, ਨਾਲ ਤੁਸੀਂ ਟੌਪਿਕ ਵੀ ਦੱਸ ਸਕਦੇ ਕਿ ਕਿਹੜਾ ਸਰ ਅਸੀਂ ਟੌਪਿਕ ਕਰਨਾ ਚਾਹੁੰਦੇ ਹਾਂ, ਅਗਲੇ ਸਵਾਲ ਇਸ ਟੌਪਿਕ ਦੇ ਵਿੱਚ ਉਹ ਵੀ ਕਰਨਾ ਚਾਹੁੰਦੇ, ਨਾਲ ਸਮਝਾ ਦਿਓ ਕਿ ਕਿਹੜੀ ਸੋਰਸ ਪ੍ਰੋਗਰਾਮਿੰਗ ਲਿਖੀ ਜਾਂਦੀ ਹੈ, ਇੰਗਲਿਸ਼ ਹੈ, ਸਿੰਬੋਲਿਕ ਆ, ਹਾਈ ਲੈਵਲ ਆ, ਜਾਂ ਟੈਂਪਰੇਰੀ ਲੈਂਗੁਏਜ ਹੈ। ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਬੱਚਿਆਂ ਨਾਲ ਜੁੜਨ ਦੇ ਲਈ, ਤੇ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ। ਉਦੋਂ ਤੱਕ ਲਈ ਬਹੁਤ ਬਹੁਤ ਬਲੈਸਿੰਗ ਤੁਹਾਨੂੰ। ਡੂ ਪੋਜ਼ਿਟਿਵ ਸਟੱਡੀ ਐਂਡ ਗੋਡ ਬਲੈਸ ਯੂ ਆਲ। ਥੈਂਕ ਯੂ ਸਟੂਡੈਂਟਸ ਫॉर ਜੁਆਇਨਿੰਗ। ਇਹ ਕੁਐਸਚਨ ਦਾ ਆਨਸਰ ਜੀ ਜ਼ਰੂਰ ਕਰ ਦੇਣਾ, ਇਹ ਨਾ ਹੋਵੇ ਕਿ ਬਸ ਸਰ ਨੇ ਕਰਾਤਾ ਜਾਂ ਆਪਸ਼ਨ ਦੱਸਤੀਆਂ ਤਾਂ ਵੀ ਸਰ ਉੱਥੇ ਤੱਕ ਹੀ ਕਰਾਂਗੇ। ਚਲੋ ਟੇਕ ਕੇਅਰ, ਫਿਰ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ।